ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਸਦਕਾ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਕਰਦਿਆਂ, ਜੋ ਵਿਚਾਰ ਜਪ ਜੀ ਸਾਹਿਬ ਪਾਵਨ ਬਾਣੀ ਦੀ ਚੱਲ ਰਹੀ ਹੈ। ਪਿਛਲੇ ਪ੍ਰਕਰਣ ਦੇ ਵਿੱਚ ਆਪਾਂ ਨੇ ਮੰਨਣ ਵਾਲੀਆਂ ਪੌੜੀਆਂ ਦੀ ਵਿਚਾਰ ਕੀਤੀ ਔਰ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲਿਆ। ਹੁਣ ਉਸ ਤੋਂ ਅੱਗੋਂ ਜੋ ਵਿਚਾਰ ਹੈ ਉਹ ਆਪਾਂ ਕਰਨੀ ਹੈ। ਆਓ ਸਾਰੇ ਆਪਣੀ ਇਕਾਗਰਤਾ ਬਖਸ਼ ਕੇ ਸੁਰਤ ਸਤਿਗੁਰਾਂ ਦੇ ਚਰਨਾਂ 'ਤੇ ਟਿਕਾ ਕੇ ਇਸ ਵਿਚਾਰ ਨੂੰ ਸਰਵਣ ਕਰੀਏ ਜੀ। ਆਓ ਫਤਿਹ ਵਿੱਚ ਹਾਜ਼ਰੀ ਭਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੇ ਅੰਦਰ ਮੰਨੇ ਵਾਲੀਆਂ ਪੌੜੀਆਂ ਤੋਂ ਬਾਅਦ ਜੋ ਪੌੜੀ ਆਉਂਦੀ ਹੈ ਉਹ ਹੈ ਪੰਚ ਦੇ ਸੰਬੰਧ ਵਿੱਚ। ਸੁਣਨ ਤੋਂ ਬਾਅਦ ਮੰਨਣ ਵਾਲੀਆਂ ਪੌੜੀਆਂ ਦੇ ਵਿੱਚ ਵੀ ਸਤਿਗੁਰੂ ਜੀ ਨੇ ਇਹ ਸਮਝਾ ਦਿੱਤਾ ਹੈ ਕਿ ਜੇ ਤੂੰ ਉਸ ਵਾਹਿਗੁਰੂ ਜੀ ਦੇ ਨਾਮ ਨੂੰ, ਉਹਦੀ ਹੋਂਦ ਨੂੰ ਨਹੀਂ ਮੰਨਿਆ, ਉਹਦੇ ਵਿੱਚ ਤੇਰਾ ਮਨ ਨਾ ਭਤੀਜਿਆ, ਫਿਰ ਤੇਰਾ ਗਾਵਿਆ ਸੁਣਿਆ ਥਾਏ ਨਹੀਂ ਪੈਣਾ। ਕਿਉਂਕਿ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇਸ ਕਰਕੇ ਗੁਰੂ ਦੀ ਆਗਿਆ ਵੀ ਮੰਨਣੀ ਜ਼ਰੂਰੀ ਹੈ ਅਤੇ ਗੁਰੂ ਦੀ ਆਗਿਆ ਦੇ ਅੰਦਰ ਹੀ ਸਾਡਾ ਮਨ ਜਿਹੜਾ ਹੈ ਉਹ ਵਾਹਿਗੁਰੂ ਜੀ ਦੇ ਨਾਮ ਵਿੱਚ ਭਤੀਜਣਾ ਜ਼ਰੂਰੀ ਹੈ। ਉਸ ਤੋਂ ਬਾਅਦ ਫਿਰ ਸਤਿਗੁਰਾਂ ਨੇ ਪੰਚ ਦੇ ਸੰਬੰਧ ਵਿੱਚ ਸਾਡੇ 'ਤੇ ਰਹਿਮਤਾਂ ਕੀਤੀਆਂ। ਹੁਣ ਪੰਚ ਕੌਣ ਹੈ, ਪੰਚ ਹੁੰਦਾ ਕੀ ਹੈ, ਇਹਦੇ ਕੀ ਅਰਥ ਨੇ, ਵੱਖ ਵੱਖ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ, ਜਿਹਦੀ ਵਿਚਾਰ ਅੱਜ ਆਪਾਂ ਕਰਾਂਗੇ ਸੰਖੇਪ ਰੂਪ ਦੇ ਵਿੱਚ। ਆਓ ਸਾਰੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਣੀ ਰਸਨਾ ਤੋਂ ਉਚਾਰਨ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਚ ਪ੍ਰਵਾਨ ਪੰਚ ਪ੍ਰਧਾਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੋ ਪੰਚ ਹੈ ਉਹ ਪ੍ਰਵਾਨ ਹੈ, ਜੋ ਪੰਚ ਹੈ ਉਹੀ ਪ੍ਰਧਾਨ ਹੈ। ਹੁਣ ਪੰਚ ਕੌਣ ਹੈ, ਇਹਨੂੰ ਸਮਝਣ ਲਈ ਅਸੀਂ ਵੱਖ ਵੱਖ ਵਿਦਵਾਨਾਂ ਦੇ ਦ੍ਰਿਸ਼ਟੀਕੋਣ ਲਵਾਂਗੇ ਔਰ ਸਾਰੇ ਹੀ ਚੰਗੇ ਨੇ, ਸਾਰੇ ਹੀ ਸੱਤ ਨੇ। ਸਭ ਤੋਂ ਪਹਿਲਾਂ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਜਦੋਂ ਪੜ੍ਹਦੇ ਹਾਂ ਅਤੇ ਉਹਨਾਂ ਨੇ ਪੰਚ ਦੇ ਜਿਹੜੇ ਅਰਥ ਨੇ ਉਹ ਜਪ ਦੇ ਵਿੱਚੋਂ ਹੀ ਕੀਤੇ ਨੇ, ਜਪਜੀ ਸਾਹਿਬ ਦੇ ਵਿੱਚੋਂ ਹੀ ਕੀਤੇ ਨੇ। ਹੁਣ ਇਸ ਤੋਂ ਪਹਿਲਾਂ ਆਪਾਂ ਵੱਖ ਵੱਖ ਪੱਖ ਇਸ ਬਾਣੀ ਦੇ ਅੰਦਰ ਪੜ੍ਹੇ ਨੇ ਅਤੇ ਭਾਈ ਵੀਰ ਸਿੰਘ ਜੀ ਨੇ ਉਹਨਾਂ ਪੱਖਾਂ ਨੂੰ ਹੀ ਰਿਲੇਟ ਕਰਕੇ ਫਿਰ ਪੰਚ ਦੇ ਅਰਥ ਕੀਤੇ ਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਪੰਚ ਉਹ ਹੁੰਦਾ ਹੈ ਜਿਹੜਾ ਇਹਨਾਂ ਪੰਜ ਅਵਸਥਾਵਾਂ ਤੋਂ ਲੰਘ ਚੁੱਕਾ ਹੈ, ਜਿਹਦੇ ਅੰਦਰ ਆਹ ਪੰਜ ਸਟੇਜਿਸ ਸੰਪੂਰਨ ਹੋ ਚੁੱਕੀਆਂ ਨੇ, ਉਹ ਪੰਚ ਹੈ। ਸਭ ਤੋਂ ਪਹਿਲਾਂ ਕਹਿੰਦੇ ਵੀ ਪੰਚ ਉਹ ਹੈ ਜਿਹਨੇ ਉਸ ਪਰਮਾਤਮਾ ਦੇ ਹੁਕਮ ਨੂੰ ਬੁੱਝ ਲਿਆ ਹੈ। ਕਿਉਂਕਿ ਸਭ ਤੋਂ ਪਹਿਲਾਂ ਆਪਾਂ ਹੁਕਮ ਦੀ ਗੱਲ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਅੰਦਰ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤਾਂ ਮਹਾਰਾਜ ਕਹਿੰਦੇ ਜਿਨਨੇ ਹੁਕਮ ਨੂੰ ਬੁੱਝ ਲਿਆ, ਫਿਰ ਅਗਲੀ ਗੱਲ ਉਸ ਹੁਕਮ ਨੂੰ ਬੁੱਝਿਆ ਹੀ ਨਹੀਂ, ਸਗੋਂ ਉਸ ਹੁਕਮੀ ਨੂੰ ਆਨੰਦ ਦੇ ਨਾਲ ਗਾਉਂਦਾ ਵੀ ਹੈ। ਅਤੇ ਗਾਉਂਦਾ ਹੀ ਨਹੀਂ,
ਜੋ ਕੁਝ ਗਾ ਰਿਹਾ ਹੈ ਉਸ ਹੁਕਮੀ ਨੂੰ ਕੰਨਾਂ ਤੋਂ ਸੁਣਦਾ ਵੀ ਹੈ, ਤੇ ਜਿਹਨੂੰ ਸੁਣਦਾ ਹੈ ਉਹਦੇ ਵਿੱਚ ਮਨ ਵੀ ਪਤੀਜ ਗਿਆ, ਉਹਨੂੰ ਮੰਨਦਾ ਵੀ ਹੈ। ਇਹ 4 ਗੱਲਾਂ ਹੋ ਗਈਆਂ। ਹੁਕਮੀ ਨੂੰ ਬੁੱਝ ਲਿਆ, ਉਹਨੂੰ ਗਾਉਂਦਾ ਹੈ, ਉਹਨੂੰ ਸੁਣਦਾ ਹੈ, ਉਹਨੂੰ ਮੰਨਦਾ ਹੈ, ਤੇ 5ਵੀਂ ਗੱਲ ਕਹੀ, ਕਹਿੰਦੇ ਉਹ ਪੰਚ ਹੁੰਦਾ ਹੈ ਜਿਹਦੇ ਅੰਦਰ ਉਸ ਹੁਕਮੀ ਦੇ ਪ੍ਰਤੀ ਪ੍ਰੇਮ ਵੀ ਹੈ, ਕਿਉਂਕਿ ਪ੍ਰੇਮ ਜ਼ਰੂਰੀ ਹੈ। ਆਪਾਂ ਜਦੋਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਤੁਸੀਂ ਦੇਖੋ ਹੁਕਮ ਦੀ ਗੱਲ ਆਈ, ਹੁਕਮ ਰਜਾਈ ਚੱਲਣਾ। ਗਾਉਣ ਵਾਲੀਆਂ ਪੌੜੀਆਂ ਹੁੰਦੀਆਂ, ਗਾਵੇ ਕੋ ਤਾਣ ਹੋਵੇ ਕਿਸੈ ਤਾਣ। ਸੁਣਨ ਵਾਲੀਆਂ ਪੌੜੀਆਂ ਹੁੰਦੀਆਂ, ਸੁਣਿਆ ਦੁੱਖ ਪਾਪ ਕਾ ਨਾਸ। ਮੰਨਣ ਵਾਲੀਆਂ ਪੌੜੀਆਂ ਹੁੰਦੀਆਂ, ਮੰਨੇ ਕੀ ਗਤ ਕਹੀ ਨਾ ਜਾਏ। ਤੋ ਇਹ ਸਾਰੇ ਪੱਖ ਹੁੰਦੇ ਨੇ। ਤੇ ਫਿਰ ਪ੍ਰੇਮ ਦੀ ਗੱਲ ਵੀ ਆਉਂਦੀ, ਉਹ ਭਾਵੇਂ ਪਹਿਲਾਂ ਆ ਜਾਂਦਾ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਪਰ ਇਹ ਗੱਲ ਸਮਝ ਲਿਓ ਸਤ ਸੰਗਤ, ਕਰਮ ਕੋਈ ਵੀ ਹੋਵੇ ਪਰ ਉਹਦੇ ਵਿੱਚ ਪ੍ਰੇਮ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਪ੍ਰੇਮ ਨਹੀਂ ਤੇ ਉਹ ਕਰਮ ਵੀ ਫਿਰ ਬੱਧਾ ਚੱਟੀ ਬਣ ਜਾਂਦਾ ਹੈ, ਮਜਬੂਰੀ ਬਣ ਜਾਂਦਾ ਹੈ, ਉਹਦੇ ਵਿੱਚ ਰਸ ਨਹੀਂ ਰਹਿੰਦਾ। ਮੈਂ ਅਕਸਰ ਇੱਕ ਉਦਾਹਰਨ ਲੈਣਾ ਹੁੰਦਾ ਹੈ ਸਤ ਸੰਗਤ, ਕਿ ਤੁਸੀਂ ਦੇਖੋ ਅਸੀਂ ਵੱਖ-ਵੱਖ ਸਬਜ਼ੀਆਂ ਖਾਂਦੇ ਹਾਂ, ਤੇ ਕਿਸੇ ਦੀ ਕੋਈ ਸਬਜ਼ੀ ਫੇਵਰੇਟ ਹੁੰਦੀ ਆ, ਕਿਸੇ ਦੀ ਕੋਈ ਸਬਜ਼ੀ ਫੇਵਰੇਟ ਹੁੰਦੀ ਆ। ਕੋਈ ਕਹਿੰਦਾ ਮੈਨੂੰ ਸਾਗ ਬਹੁਤ ਸਵਾਦ ਲੱਗਦਾ ਹੈ, ਕੋਈ ਕਹਿੰਦਾ ਮੈਨੂੰ ਪਨੀਰ ਬਹੁਤ ਸਵਾਦ ਲੱਗਦਾ ਹੈ, ਕਿਸੇ ਨੂੰ ਕੋਈ ਹੋਰ ਸਬਜ਼ੀ ਬੜੀ ਸਵਾਦ ਲੱਗਦੀ ਆ। ਤੇ ਫਰਜ਼ ਕਰ ਲਓ, ਜਿਹਨੂੰ ਜਿਹੜੀ ਸਬਜ਼ੀ ਸਵਾਦ ਲੱਗਦੀ ਆ ਉਹਨੂੰ ਪਰੋਸ ਕੇ ਰੱਖ ਦਿਓ, ਪਰ ਉਹਦੇ ਵਿੱਚ ਲੂਣ ਮਸਾਲਾ ਨਾ ਪਾਓ। ਹੁਣ ਜਿਸ ਦੀ ਫੇਵਰੇਟ ਸਬਜ਼ੀ ਸੀ ਸਾਗ, ਉਹਨੂੰ ਲੂਣ ਪਾਏ ਤੋਂ ਬਿਨਾਂ ਉਹ ਸਾਗ ਪਰੋਸ ਕੇ ਰੱਖੋ, ਤੇ ਉਹ ਵੀ ਥਾਲੀ ਪਿਛਾਂ ਨੂੰ ਕਰ ਦੇਗਾ, ਕਹੂਗਾ ਮੈਨੂੰ ਇਹ ਸਬਜ਼ੀ ਸਵਾਦ ਨਹੀਂ ਲੱਗੀ। ਤੇ ਕਹੀਏ ਭਾਈ ਸਾਗ ਤੇਰਾ ਫੇਵਰੇਟ ਸੀ, ਉਹ ਤਾਂ ਪਾਇਆ ਹੀ ਹੋਇਆ ਹੈ ਨਾ, ਫਿਰ ਤੈਨੂੰ ਕਿਉਂ ਨਹੀਂ ਸਵਾਦ ਲੱਗਦੀ? ਤੋ ਇੱਕੋ ਹੀ ਜਵਾਬ ਦੇਵੇਗਾ ਵੀ ਭਲਿਆ ਸਾਗ ਤਾਂ ਹੀ ਸਵਾਦ ਲੱਗੇ ਨਾ ਜੇ ਵਿੱਚ ਲੂਣ ਵੀ ਪਾਏ ਤਾਂ। ਜੇ ਲੂਣ ਹੀ ਨਹੀਂ ਪਾਇਆ ਮੈਨੂੰ ਸਾਗ ਕਿੱਥੋਂ ਸਵਾਦ ਲੱਗੂ? ਲੂਣ ਹੀ ਨਹੀਂ ਪਾਇਆ ਪਨੀਰ ਕਿੱਥੋਂ ਸਵਾਦ ਲੱਗੂ? ਤੋ ਜੇ ਲੂਣ ਨਹੀਂ ਤੇ ਭਾਵੇਂ ਜੋ ਮਰਜ਼ੀ ਸਬਜ਼ੀ ਫੇਵਰੇਟ ਹੋਵੇ ਉਹ ਕਿਸੇ ਨੂੰ ਸਵਾਦ ਨਹੀਂ ਲੱਗਦੀ। ਇਸੇ ਤਰ੍ਹਾਂ ਕਿਸੇ ਵੀ ਕਰਮ ਦੇ ਅੰਦਰ ਜੇ ਪ੍ਰੇਮ ਨਹੀਂ ਤੇ ਉਹ ਕਰਮ ਵੀ ਮਜਬੂਰੀ ਬਣ ਜਾਏਗਾ, ਬੱਧਾ ਚੱਟੀ ਬਣ ਜਾਏਗਾ, ਉਹ ਆਨੰਦ ਨਹੀਂ ਦੇਵੇਗਾ। ਤੇ ਤੁਸੀਂ ਦੇਖੋ ਸਬਜ਼ੀਆਂ ਅਲੱਗ-ਅਲੱਗ ਹੋ ਸਕਦੀਆਂ, ਸਾਗ ਬਣਦਾ ਹੈ, ਪਨੀਰ ਬਣਦਾ ਹੈ, ਕੱਦੂ ਬਣਦੇ ਨੇ, ਵੱਖ-ਵੱਖ ਸਬਜ਼ੀਆਂ ਬਣਦੀਆਂ, ਪਰ ਸਾਰਿਆਂ ਦੇ ਵਿੱਚ ਲੂਣ ਮਸਾਲਾ ਤਾਂ ਇੱਕੋ ਹੀ ਪੈਂਦਾ ਹੈ ਨਾ। ਇਸੇ ਤਰ੍ਹਾਂ ਕਰਮ ਕੋਈ ਵੀ ਹੋਵੇ ਪਰ ਸਾਰਿਆਂ ਦੇ ਅੰਦਰ ਪ੍ਰੇਮ ਦਾ ਹੋਣਾ ਜ਼ਰੂਰੀ ਆ। ਜਿਵੇਂ ਸਬਜ਼ੀ ਕੋਈ ਵੀ ਹੋਵੇ ਸਭ ਦੇ ਅੰਦਰ ਲੂਣ ਦਾ ਹੋਣਾ ਜ਼ਰੂਰੀ ਹੈ, ਕਰਮ ਕੋਈ ਵੀ ਹੋਵੇ ਉਹਦੇ ਅੰਦਰ ਪ੍ਰੇਮ ਦਾ ਹੋਣਾ ਬਹੁਤ ਜ਼ਰੂਰੀ ਆ। ਭਾਵੇਂ ਤੂੰ ਗਾ, ਭਾਵੇਂ ਤੂੰ ਸੁਣ, ਭਾਵੇਂ ਤੂੰ ਮੰਨ, ਪਰ ਪ੍ਰੇਮ ਨਾਲ ਕਰੀ। ਜੇ ਪ੍ਰੇਮ ਨਹੀਂ ਤੇ ਤੇਰੇ ਵਾਸਤੇ ਸੁਣਨਾ ਵੀ ਮਜਬੂਰੀ ਬਣ ਜਾਊਗਾ, ਮੰਨਣਾ ਵੀ ਮਜਬੂਰੀ ਬਣ ਜਾਊਗਾ। ਐਵੇਂ ਬੱਧਾ ਚੱਟੀ 'ਚ ਗਾਉਂਦਾ ਫਿਰੇਂਗਾ, ਤੈਨੂੰ ਆਨੰਦ ਨਹੀਂ ਆਉਣਾ। ਪਰ ਜੇ ਹਿਰਦੇ 'ਚ ਪ੍ਰੇਮ ਹੋਇਆ ਫਿਰ ਗਾ ਕੇ ਬੜਾ ਆਨੰਦ ਮਾਣੇਗਾ, ਸੁਣ ਸੁਣ ਕੇ ਬੜਾ ਆਨੰਦ ਲਏਗਾ, ਮੰਨ ਮੰਨ ਕੇ ਬਹੁਤ ਆਨੰਦ ਲਏਗਾ। ਤੇ ਫਿਰ ਤੈਨੂੰ ਉਸ ਹੁਕਮ ਦੀ ਸਮਝ ਵੀ ਲੱਗੇਗੀ। ਪ੍ਰੇਮ ਜ਼ਰੂਰੀ ਆ। ਤੋ ਭਾਈ ਵੀਰ ਸਿੰਘ ਕਹਿੰਦੇ ਜਿਹਦੇ ਅੰਦਰ ਇਹ 5 ਲੱਛਣ ਆ ਗਏ ਉਹ ਪੰਚ ਹੈ। ਜਿਹਨੇ ਹੁਕਮ ਨੂੰ ਬੁੱਝ ਲਿਆ ਹੈ, ਹੁਕਮੀ ਨੂੰ ਗਾਉਂਦਾ ਹੈ, ਹੁਕਮੀ ਨੂੰ ਸੁਣਦਾ ਹੈ, ਹੁਕਮੀ ਨੂੰ ਮੰਨਦਾ ਹੈ ਤੇ ਉਹਦੇ ਨਾਲ ਪ੍ਰੇਮ ਵੀ ਕਰਦਾ ਹੈ, ਮਹਾਰਾਜ ਕਹਿੰਦੇ ਉਹ ਪੰਚ ਹੈ। ਇੱਕ ਇਹ ਪੱਖ ਹੋ ਗਿਆ। ਫਿਰ ਦੂਸਰਾ ਪੱਖ ਜਿਹੜਾ ਹੈ ਉਹ ਆਪਾਂ ਲਈਏ, ਜਦੋਂ ਅਸੀਂ ਫਰੀਦਕੋਟ ਵਾਲੀ ਸਟੀਕ ਪੜ੍ਹਦੇ ਹਾਂ, ਉਹਨਾਂ ਨੇ ਜਿੰਨੇ ਵਾਰੀ ਪੰਚ ਸ਼ਬਦ ਆਇਆ ਹੈ ਹਰ ਵਾਰੀ ਇਹਦੇ ਅਰਥ ਵੱਖੋ ਵੱਖਰੇ ਕੀਤੇ ਨੇ। ਭਾਵੇਂ ਤੁਸੀਂ ਦੇਖੋ ਪੰਚ ਪ੍ਰਵਾਨ ਆਇਆ ਇੱਕ ਵਾਰੀ, ਪੰਚ ਪ੍ਰਧਾਨ ਇਹ ਦੂਜੀ ਵਾਰੀ ਆਇਆ, ਪੰਚੇ ਪਾਵਹਿ ਦਰਗਹਿ ਮਾਨ ਇਹ ਤੀਜੀ ਵਾਰੀ ਆ ਗਿਆ, ਪੰਚੇ ਸੋਹੇ ਦਰ ਰਾਜਾਨ ਚੌਥੀ ਵਾਰੀ ਆ ਗਿਆ, ਪੰਚਾ ਕਾ ਗੁਰ ਏਕ ਧਿਆਨ ਇਹ 5ਵੀਂ ਵਾਰੀ ਆ ਗਿਆ। ਤੋ 5 ਵਾਰੀ ਪੰਚ ਸ਼ਬਦ ਆਇਆ, ਪਰ 5 ਵਾਰੀ ਇਹਦੇ ਜਿਹੜੇ ਅਰਥ ਉਸ ਵਿਦਵਾਨਾਂ ਨੇ ਵੱਖੋ ਵੱਖਰੇ ਕੀਤੇ ਨੇ। ਪਹਿਲੀ ਪੱਖ ਦੇ ਵਿੱਚ ਉਹ ਕਹਿੰਦੇ ਨੇ ਕਿ ਪੰਚ ਉਹ ਹੁੰਦਾ ਹੈ ਜਿਸ ਦੇ ਅੰਦਰ ਧਰਮ ਦੇ 5 ਗੁਣ ਨੇ। ਧਰਮ ਦੇ 5 ਗੁਣ ਮੰਨੇ ਜਾਂਦੇ ਜੀ, ਸਤ, ਸੰਤੋਖ, ਦਇਆ, ਧੀਰਜ, ਧਰਮ। ਇਹ 5 ਗੁਣ ਮੰਨੇ ਜਾਂਦੇ ਵੀ ਦਇਆ ਹੋਵੇ ਹਿਰਦੇ ਵਿੱਚ, ਇਹਦੇ ਅੰਦਰ ਧੀਰਜ ਹੋਵੇ, ਸਹਿਣ ਸ਼ਕਤੀ ਹੋਵੇ, ਸਤ ਸੰਤੋਖ, ਸਤ ਉੱਚਾ ਆਚਰਣ ਹੋਵੇ, ਸੰਤੋਖ ਹੋਵੇ, ਰੱਜਿਆ ਹੋਵੇ, ਕੋਈ ਕਿਸੇ ਪ੍ਰਕਾਰ ਦੀ ਭੁੱਖ ਨਾ ਹੋਵੇ ਇਹਦੇ ਅੰਦਰ ਦਇਆ ਹੋਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਸਤ ਸੰਤੋਖ ਦਇਆ ਧੀਰਜ ਹੋਵੇ ਤੇ ਧਰਮ ਹੋਵੇ, ਇੱਕ ਮਰਿਆਦਾ 'ਚ ਚੱਲਣ ਵਾਲਾ ਹੋਵੇ। ਤੋ ਜਿਹਦੇ ਅੰਦਰ ਧਰਮ ਦੇ ਇਹ 5 ਗੁਣ ਹੋਣ ਉਹ ਪੰਚ ਹੈ। ਫਿਰ ਦੂਜੀ ਗੱਲ ਕਹਿੰਦੇ ਵੀ ਪੰਚ ਉਹ ਹੁੰਦਾ ਹੈ ਜਿਹਨੇ 5 ਦੁੱਖਾਂ ਤੋਂ ਛੁਟਕਾਰਾ ਪਾ ਲਿਆ। 5 ਦੁੱਖ ਕਿਹੜੇ ਨੇ? ਆ ਸਾਡੇ 5 ਗਿਆਨ ਇੰਦਰੇ ਨੇ ਸਤ ਸੰਗਤ,
ਇਹਨਾਂ ਦੇ ਰਾਹੀਂ ਸਾਨੂੰ 5 ਪ੍ਰਕਾਰ ਦੇ ਚਸਕੇ ਲੱਗਦੇ ਨੇ। ਜਿਵੇਂ ਅੱਖਾਂ ਨੂੰ ਦੇਖਣ ਦਾ ਚਸਕਾ ਹੈ, ਦੇਖੀ ਜਾਂਦਾ ਹੈ। ਹੁਣ ਪਤੰਗੇ ਨੂੰ ਦੇਖਣ ਦਾ ਚਸਕਾ ਹੈ, ਦੀਵਾ ਜਗੇ ਦੂਰੋਂ ਚੱਲ ਕੇ ਉੱਥੇ ਪਹੁੰਚ ਜਾਂਦਾ ਪਰ ਸੜ ਕੇ ਖਾਕ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਜਿਸ ਅੰਦਰ ਇਹ 5 ਚਸਕੇ ਹੋਣਗੇ ਉਹ ਵੀ ਅਧਿਆਤਮਿਕ ਤੌਰ ਤੇ ਖਤਮ ਹੋ ਜਾਵੇਗਾ, ਪਰ ਜਿਨਨੇ ਇਹ 5 ਪ੍ਰਕਾਰ ਦੇ ਚਸਕਿਆਂ ਤੋਂ ਛੁਟਕਾਰਾ ਪਾ ਲਿਆ ਉਹ ਪੰਚ ਬਣ ਗਿਆ। ਪੰਚ ਉਹ ਹੁੰਦਾ ਹੈ ਜਿਹਨੂੰ ਦੇਖਣ ਦਾ ਕੋਈ ਚਸਕਾ ਨਹੀਂ। ਇਹ ਨਹੀਂ ਵੀ ਬਸ ਉਹ ਭੁੱਖਾ ਹੈ ਵੀ ਮੈਂ ਹੁਣ ਫੇਸਬੁੱਕ ਦੇਖਾਂ, ਵਟਸਐਪ ਦੇਖਾਂ ਜਾਂ ਫਿਲਮਾਂ ਦੇਖਾਂ, ਆ ਕੁਝ ਦੇਖੀ ਜਾਵਾਂ। ਪੰਚ ਦੇ ਅੰਦਰ ਦੇਖਣ ਦਾ ਚਸਕਾ ਨਹੀਂ ਹੁੰਦਾ, ਪੰਚ ਦੇ ਅੰਦਰ ਸੁਣਨ ਦਾ ਚਸਕਾ ਨਹੀਂ ਹੁੰਦਾ। ਉਹਨੂੰ ਨਿੰਦਿਆ ਵਿੱਚ ਕੋਈ ਰਸ ਨਹੀਂ ਆਉਂਦਾ, ਉਹਨੂੰ ਲੱਚਰ ਸੁਣਨ ਵਿੱਚ ਕੋਈ ਰਸ ਨਹੀਂ ਆਉਂਦਾ। ਕਿਉਂ? ਕਿਉਂਕਿ ਉਹ ਸੁਣਨ ਦੇ ਚਸਕੇ ਤੋਂ ਛੁਟਕਾਰਾ ਪਾ ਚੁੱਕਾ ਹੈ। ਪੰਚ ਉਹ ਜਿਹਦੇ ਅੰਦਰ ਸੁਗੰਧੀ ਦਾ ਕੋਈ ਚਸਕਾ ਨਹੀਂ। ਇਹ ਨਹੀਂ ਵੀ ਉਹ ਬੋਲ ਕੇ ਕਵੇ ਵੀ ਤੇਰੇ 'ਚੋਂ ਤਾਂ ਖੁਸ਼ਬੂ ਬੜੀ ਵਧੀਆ ਆਉਂਦੀ ਆ, ਸੈਂਟ ਕਿੰਨਾ ਵਧੀਆ ਪਾਇਆ। ਨਹੀਂ, ਪੰਚ ਜਿਹੜੇ ਹੁੰਦੇ ਨੇ ਉਹਨਾਂ ਦੇ ਅੰਦਰੋਂ ਸੁਗੰਧੀ ਦਾ ਚਸਕਾ ਵੀ ਨਿਕਲ ਚੁੱਕਾ ਹੈ, ਉਹਨੇ ਛੁਟਕਾਰਾ ਪਾ ਲਿਆ ਹੈ। ਪੰਚ ਉਹ ਹੁੰਦਾ ਹੈ ਸਾਧ ਸੰਗਤ ਜਿਸ ਦੇ ਅੰਦਰ ਜ਼ੁਬਾਨ ਦਾ ਚਸਕਾ ਵੀ ਨਹੀਂ ਹੈ। ਜਿਵੇਂ ਮੱਛੀ ਨੂੰ ਹੁੰਦਾ ਨਾ ਜ਼ਬਾਨ ਦਾ ਚਸਕਾ ਤੇ ਫਸ ਜਾਂਦੀ ਜਾਲ ਦੇ ਵਿੱਚ, ਜਿਨ੍ਹਾਂ ਨੂੰ ਜ਼ਬਾਨ ਦੇ ਚਸਕੇ ਹੋਣ ਉਹ ਵੀ ਫਸ ਜਾਂਦੇ ਨੇ। ਪਰ ਮਹਾਰਾਜ ਕਹਿੰਦੇ ਪੰਚ ਉਹ ਜਿਹਦੇ ਅੰਦਰ ਜ਼ੁਬਾਨ ਦਾ ਕੋਈ ਵੀ ਚਸਕਾ ਨਹੀਂ। ਇਹ ਨਹੀਂ ਵੀ ਉਹ ਬਸ ਪਦਾਰਥਾਂ ਦਾ ਹੀ ਭੁੱਖਾ ਹੈ, ਕਦੀ ਆਹ ਖਾ ਲਿਆ, ਭੱਖ ਖਾਂਦਾ ਰਵੇ। ਉਹਨੇ ਇਸ ਖਾਣ ਦੇ ਜ਼ੁਬਾਨ ਦੇ ਚਸਕੇ ਤੋਂ ਵੀ ਛੁਟਕਾਰਾ ਪਾ ਲਿਆ। ਪੰਚ ਉਹ ਹੁੰਦਾ ਹੈ ਜਿਹਦੇ ਅੰਦਰ ਸਪਰਸ਼ਤਾ ਦਾ ਵੀ ਚਸਕਾ ਨਹੀਂ, ਭਾਵੇਂ ਪਰਾਇਆ ਤਨ ਵੀ ਟੱਚ ਕਰ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਆਮ ਮਨੁੱਖ ਜਿਹਨੂੰ ਸਪਰਸ਼ਤਾ ਦਾ ਦੋਖ ਹੋਵੇ ਨਾ, ਉਹ ਕਿਸੇ ਬੱਸ ਵਿੱਚ ਬੈਠੇ ਪਰਾਇਆ ਤਨ ਉਹਨੂੰ ਸਪਰਸ਼ ਕਰ ਜਾਵੇ ਉਹਦੇ ਅੰਦਰ ਗਲਤ ਫੁਰਨੇ ਉੱਠਣ ਲੱਗ ਪੈਂਦੇ ਨੇ। ਪਰ ਪੰਚ ਦੇ ਅੰਦਰ ਐਸਾ ਨਹੀਂ ਹੁੰਦਾ, ਪਰਾਇਆ ਤਨ ਵੀ ਟੱਚ ਕਰ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ। ਇਹ ਉਹਦੀ ਹਾਲਤ ਹੁੰਦੀ ਹੈ, ਇਹ ਉਹਦੀ ਅਵਸਥਾ ਹੁੰਦੀ ਹੈ। ਤੋ ਜਿਹਨੇ ਇਹਨਾਂ 5 ਦੁੱਖਾਂ ਤੋਂ ਛੁਟਕਾਰਾ ਪਾ ਲਿਆ ਉਹ ਪੰਚ ਹੈ। ਫਿਰ ਤੀਸਰੀ ਵਾਰ ਜੋ ਪੰਚ ਆਇਆ ਉੱਥੇ ਅਰਥ ਕੀਤੇ ਨੇ ਕਿ ਪੰਚ ਉਹ ਜਿਹਦੇ ਅੰਦਰ 5 ਤੱਤਾਂ ਵਾਲੇ ਗੁਣ ਨੇ। ਆਪਾਂ ਪੂਰਾ ਸੰਸਾਰ 5 ਤੱਤਾਂ ਦਾ ਬਣਿਆ ਹੈ ਸਾਧ ਸੰਗਤ। ਸਭ ਤੋਂ ਪਹਿਲਾ ਤੱਤ ਹੈ ਧਰਤੀ, ਫਿਰ ਪਾਣੀ, ਫਿਰ ਹਵਾ, ਫਿਰ ਅਗਨੀ ਤੇ ਫਿਰ ਆਕਾਸ਼। ਇਹਨਾਂ ਸਾਰਿਆਂ ਦਾ ਆਪੋ ਆਪਣਾ ਗੁਣ ਹੈ। ਧਰਤੀ ਦੇ ਅੰਦਰ ਗੁਣ ਹੈ ਧੀਰਜ, ਧਰਤੀ ਦੇ ਅੰਦਰ ਸਹਿਣ ਸ਼ਕਤੀ ਬਹੁਤ ਹੈ। ਤੁਸੀਂ ਦੇਖੋ ਕੋਈ ਇਹਨੂੰ ਕਈਆਂ ਨਾਲ ਪੁੱਟਦਾ ਹੈ, ਕੋਈ ਇਹਦੇ ਤੇ ਗੰਦ ਸਿੱਟਦਾ ਹੈ, ਪਰ ਧਰਤੀ ਉਹਨੂੰ ਵੀ ਸਹਾਰ ਜਾਂਦੀ ਆ। ਕੋਈ ਇਹਦੇ ਤੇ ਚੰਦਨ ਦਾ ਲੇਪਨ ਕਰਦਾ ਹੈ, ਕੋਈ ਇਹਦੇ ਤੇ ਰੁੱਖ ਲਾਉਂਦਾ ਹੈ, ਧਰਤੀ ਉਹਨੂੰ ਵੀ ਸਹਾਰ ਜਾਂਦੀ ਆ। ਆਮ ਤੌਰ ਤੇ ਮਨੁੱਖ ਨਾ ਆਪਣੀ ਨਿੰਦਿਆ ਸਹਾਰਦਾ ਹੈ ਤੇ ਨਾ ਆਪਣੀ ਸੋਭਾ ਸਹਾਰਦਾ ਹੈ। ਨਿੰਦਿਆ ਵੀ ਨਹੀਂ ਸਹਾਰੀ ਜਾਂਦੀ ਇਹਦੇ ਤੋਂ, ਤੇ ਸੋਭਾ ਵੀ ਇਹਦੇ ਤੋਂ ਸਹੀ ਨਹੀਂ ਜਾਂਦੀ। ਕਿਸੇ ਲਈ ਸੋਭਾ ਵੀ ਬੜੀ ਦੁਖਦਾਈ ਬਣ ਜਾਂਦੀ ਹੈ। ਪਰ ਜਿਸ ਦੇ ਅੰਦਰ ਇਹ ਧਰਤੀ ਵਾਲਾ ਗੁਣ ਆ ਗਿਆ ਕਿ ਭਾਵੇਂ ਉਹਦੇ ਨਾਲ ਕੋਈ ਬੁਰਾ ਵਿਵਹਾਰ ਕਰੇ ਉਹ ਤਾਂ ਵੀ ਸਹਿ ਜਾਂਦਾ ਹੈ, ਭਾਵੇਂ ਉਹਦੇ ਨਾਲ ਕੋਈ ਚੰਗਾ ਵਿਵਹਾਰ ਕਰੇ ਉਹ ਵੀ ਸਹਿ ਜਾਂਦਾ ਹੈ। ਜਿਹਦੇ ਅੰਦਰ ਧਰਤੀ ਵਾਲਾ ਗੁਣ ਧੀਰਜ ਆ ਗਿਆ, ਮਹਾਰਾਜ ਕਹਿੰਦੇ ਉਹ ਪੰਚ ਹੈ। ਫਿਰ ਅਗਲਾ ਜੋ ਤੱਤ ਹੈ ਉਹ ਪਾਣੀ, ਤੇ ਪਾਣੀ ਦਾ ਗੁਣ ਹੈ ਕਿ ਪਾਣੀ ਨਿਰਮਲ ਰਹਿੰਦਾ, ਪਾਣੀ ਕਦੀ ਮੈਲਾ ਨਹੀਂ ਹੁੰਦਾ। ਪਾਣੀ 'ਚ ਮਿੱਟੀ ਵੀ ਪਾ ਦਿਓ, ਥੋੜਾ ਸਮਾਂ ਹੋਏਗਾ ਮਿੱਟੀ ਥੱਲੇ ਟਿਕ ਜੇਗੀ, ਪਾਣੀ ਨਿਰਮਲ ਦਾ ਨਿਰਮਲ ਰਹੇਗਾ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜਿਵੇਂ ਪਾਣੀ ਨਿਰਮਲ ਰਹਿੰਦਾ ਹੈ, ਕਦੀ ਮੈਲਾ ਨਹੀਂ ਹੁੰਦਾ, ਜੋ ਪੰਚ ਹੈ ਉਹਦਾ ਮਨ ਵੀ ਕਦੀ ਮੈਲਾ ਨਹੀਂ ਹੁੰਦਾ, ਭਾਵੇਂ ਹਾਲਾਤ ਕੋਈ ਵੀ ਹੋਣ। ਆਸ-ਪਾਸ ਜਿੰਨੇ ਮਰਜ਼ੀ ਵਕਾਰਾਂ ਵਾਲੇ ਹਾਲਾਤ ਬਣ ਜਾਣ, ਪਰ ਜਿਹੜਾ ਪੰਚ ਹੈ ਨਾ ਸਾਧ ਸੰਗਤ, ਉਹ ਫਿਰ ਕਦੀ ਵੀ ਉਹਦਾ ਮਨ ਮੈਲਾ ਨਹੀਂ ਹੁੰਦਾ, ਕਿਉਂਕਿ ਪਾਣੀ ਵਾਂਗ ਪਵਿੱਤਰ ਹੁੰਦਾ ਹੈ। ਅਗਲਾ ਜਿਹੜਾ ਤੱਤ ਹੈ ਉਹ ਹੈ ਹਵਾ, ਤੇ ਹਵਾ ਦਾ ਗੁਣ ਹੈ ਕਿ ਉਹ ਸਭ ਦੇ ਨਾਲ ਇੱਕੋ ਜਿਹਾ ਵਰਤਾਓ ਕਰਦੀ ਹੈ। ਭਾਵੇਂ ਗਰੀਬ ਹੋਵੇ ਹਵਾ ਨੇ ਉਹਨੂੰ ਵੀ ਉਵੇਂ ਦਾ ਹੀ ਲੱਗਣਾ ਹੈ, ਤੇ ਭਾਵੇਂ ਕੋਈ ਅਮੀਰ ਹੋਵੇ ਹਵਾ ਨੇ ਉਹਨੂੰ ਵੀ ਉਵੇਂ ਦਾ ਹੀ ਲੱਗਣਾ ਹੈ। ਕਦੀ ਇੰਜ ਨਹੀਂ ਕਿ ਗਰਮੀ ਦੇ ਵਿੱਚ ਹਵਾ ਕਵੇ ਵੀ ਮੈਂ ਰਾਜੇ ਨੂੰ ਤਾਂ ਬੜੀ ਸੀਤ ਠੰਡੀ ਹੋ ਕੇ ਲੱਗਾਂਗੀ ਤੇ ਗਰੀਬ ਨੂੰ ਮੈਂ ਲੂ ਬਣ ਕੇ ਲੱਗਾਂਗੀ। ਹਵਾ ਕਦੀ ਇੰਜ ਨਹੀਂ ਕਰਦੀ, ਹਵਾ ਸਭ ਨੂੰ ਇੱਕੋ ਜਿਹਾ ਲੱਗਦੀ ਆ। ਜੇ ਇਹਨੇ ਤੱਤੀ ਲੱਗਣਾ ਤੇ ਰਾਜੇ ਰੰਗ ਦੋਨਾਂ ਨੂੰ ਬਰਾਬਰ ਲੱਗਣਾ ਹੈ, ਠੰਡੀ ਲੱਗਣਾ ਤੇ ਦੋਨਾਂ ਨੂੰ ਬਰਾਬਰ ਲੱਗਣਾ ਹੈ। ਜਿਵੇਂ ਹਵਾ ਸਭ ਨੂੰ ਇੱਕੋ ਜਿਹਾ ਵਿਵਹਾਰ ਕਰਦੀ ਆ, ਪੰਚ ਵੀ ਸਭ ਦੇ ਨਾਲ ਇੱਕੋ ਜਿਹਾ ਵਿਵਹਾਰ ਕਰਦਾ ਹੈ, ਭਾਵੇਂ ਕੋਈ ਗਰੀਬ ਹੋਵੇ ਤੇ ਭਾਵੇਂ ਕੋਈ ਅਮੀਰ ਹੋਵੇ, ਭਾਵੇਂ ਕੋਈ ਛੋਟਾ ਹੋਵੇ ਭਾਵੇਂ ਕੋਈ ਵੱਡਾ ਹੋਵੇ, ਭਾਵੇਂ ਕੋਈ ਨੀਚ ਹੋਵੇ ਭਾਵੇਂ ਕੋਈ ਉੱਤਮ ਹੋਵੇ। ਜਿਹੜਾ ਪੰਚ ਹੈ ਉਹ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦਾ ਹੈ, ਉਹ ਕਦੀ ਫਰਕ ਨਹੀਂ ਕਰਦਾ। ਕਿਉਂ? ਕਿਉਂਕਿ ਉਹਦੇ ਅੰਦਰ ਹਵਾ ਵਾਲਾ ਵੀ ਗੁਣ ਆ ਜਾਂਦਾ ਹੈ। ਇਹ ਪੰਚ ਹੈ, ਤੀਸਰਾ ਤੱਤ। ਫਿਰ ਚੌਥਾ ਤੱਤ ਹੈ ਅੱਗ। ਅੱਗ ਕੀ ਕਰਦੀ ਆ ਸਾਧ ਸੰਗਤ? ਅੱਗ ਦੇ ਅੰਦਰ ਗੁਣ ਹੈ ਕਿ ਉਹ
ਕੋਈ ਵੀ ਚੀਜ਼ ਉਹਦੇ ਅੰਦਰ ਸੁੱਟ ਦੋ ਉਹਨੇ ਉਹਦੀ ਮੈਲ ਸਾੜ ਦੇਣੀ ਆ। ਤੁਸੀਂ ਵੇਖ ਲਓ ਸੋਨਾ ਕਿੰਨਾ ਮੈਲਾ ਹੁੰਦਾ, ਉਹਨੂੰ ਅੱਗ ਦਾ ਸੇਕ ਦੇ ਕੇ ਪਵਿੱਤਰ ਕੀਤਾ ਜਾਂਦਾ ਹੈ। ਤੋ ਅੱਗ ਦਾ ਗੁਣ ਹੈ ਵੀ ਇਹ ਮੈਲ ਸਾੜਦੀ ਹੈ। ਤੋ ਜਿਹੜਾ ਪੰਚ ਹੈ ਸਾਧ ਸੰਗਤ, ਉਹ ਆਪ ਤਾਂ ਪਵਿੱਤਰ ਹੈ ਹੀ ਪਾਣੀ ਵਾਂਗੂ, ਉਹ ਦੂਜਿਆਂ ਦੀ ਵੀ ਮੈਲ ਸਾੜ ਦਿੰਦਾ, ਉਹ ਦੂਜਿਆਂ ਦੇ ਅੰਦਰੋਂ ਵੀ ਮੈਲ ਖਤਮ ਕਰ ਦਿੰਦਾ। ਕਦੀ ਬਹਿ ਕੇ ਵੇਖੋ ਬਾਬਾ ਬੁੱਢਾ ਸਾਹਿਬ ਦੇ ਕੋਲ, ਉਹ ਤਾਂ ਮੈਲੇ ਮਨੁੱਖ ਨੂੰ ਵੀ ਪਵਿੱਤਰ ਕਰ ਦੇਣਗੇ। ਕਦੀ ਬੈਠ ਕੇ ਦੇਖੋ ਮਹਾਂਪੁਰਖਾਂ ਦੇ ਕੋਲ, ਪੰਚ ਜਨਾਂ ਦੇ ਕੋਲ, ਮੈਲੇ ਤੋਂ ਮੈਲਾ ਬੰਦਾ ਵੀ ਪੰਚ ਜਨਾਂ ਕੋਲ ਬੈਠ ਕੇ ਪਵਿੱਤਰ ਹੋ ਜਾਂਦਾ ਹੈ। ਕਿਉਂ? ਕਿਉਂਕਿ ਪੰਚ ਜਨਾਂ ਦੇ ਅੰਦਰ ਅੱਗ ਵਾਲਾ ਗੁਣ ਹੁੰਦਾ ਹੈ। ਅੱਗ ਜਿਵੇਂ ਮੈਲ ਸਾੜਦੀ ਹੈ, ਪੰਚ ਵੀ ਕਿਸੇ ਦੇ ਅੰਦਰੋਂ ਵਕਾਰ ਸਾੜ ਦਿੰਦੇ, ਉਹਦੇ ਅੰਦਰ ਦੀ ਮੈਲ ਸਾੜ ਦਿੰਦੇ ਆ। ਇੱਕ ਹੋਰ ਵੀ ਅਰਥ ਅੱਗ ਦੇ ਕੀਤੇ ਜਾਂਦੇ ਆ ਕਿ ਅੱਗ ਦੇ ਅੰਦਰ ਤੇਜ ਪ੍ਰਤਾਪ ਹੈ, ਬੜੀ ਤਪਸ਼ ਹੈ। ਤੋ ਪੰਚ ਉਹ ਜਿਹਦੇ ਅੰਦਰ ਅੱਗ ਦੇ ਵਾਂਗ ਤੇਜ ਪ੍ਰਤਾਪ ਹੋਵੇ, ਵੀਰ ਰਸ ਹੋਵੇ, ਕਿ ਉਹ ਕਿਸੇ 'ਤੇ ਵੀ ਜ਼ੁਲਮ ਹੋਵੇ ਫਿਰ ਉਹ ਵੀਰ ਰਸ ਦੇ ਅੰਦਰ ਉਹਦਾ ਮੁਕਾਬਲਾ ਕਰਦਾ ਹੈ, ਅਤੇ ਸਿੰਘ ਕਰਦੇ ਰਹੇ ਨੇ, ਉਹ ਪੰਚ ਹੈ। ਪੰਜਵਾਂ ਤੱਤ ਹੈ ਆਕਾਸ਼। ਅਤੇ ਆਕਾਸ਼ ਦਾ ਗੁਣ ਹੈ ਕਿ ਇਹ ਹਰ ਥਾਂ 'ਤੇ ਵਿਆਪਕ ਹੈ। ਭਾਵੇਂ ਕੋਈ ਕੈਨੇਡਾ ਬੈਠਾ ਹੈ ਉਹਨੂੰ ਵੀ ਆਕਾਸ਼ ਉਵੇਂ ਹੀ ਦਿਖਣਾ ਹੈ, ਭਾਵੇਂ ਕੋਈ ਪੰਜਾਬ ਦੇਸ਼ ਦੇ ਵਿੱਚ ਬੈਠਾ ਹੈ ਉਹਨੂੰ ਵੀ ਆਕਾਸ਼ ਉਵੇਂ ਹੀ ਦਿਖਣਾ ਹੈ, ਭਾਵੇਂ ਕੋਈ ਹਿੰਦੁਸਤਾਨ ਦੇ ਵਿੱਚ ਬੈਠਾ ਹੈ ਉਹਨੂੰ ਵੀ ਆਕਾਸ਼ ਉਵੇਂ ਹੀ ਦਿਖਣਾ ਹੈ, ਭਾਵੇਂ ਕੋਈ ਪਾਕਿਸਤਾਨ ਦੇ ਵਿੱਚ ਬੈਠਾ ਹੈ ਉਹਨੂੰ ਵੀ ਆਕਾਸ਼ ਉਵੇਂ ਹੀ ਦਿਖਣਾ ਹੈ। ਜਿਵੇਂ ਆਕਾਸ਼ ਹਰ ਥਾਂ 'ਤੇ ਪਸਰਿਆ ਹੋਇਆ ਹੈ, ਪੰਚ ਜਨ ਉਹ ਹੁੰਦੇ ਨੇ ਜਿਹੜੇ ਪ੍ਰਮਾਤਮਾ ਨੂੰ ਹਰ ਥਾਂ 'ਤੇ ਵਿਆਪਕ ਜਾਣਦੇ ਨੇ। ਤੋ ਜਿਹਦੇ ਅੰਦਰ ਇਹ ਪੰਜ ਤੱਤਾਂ ਵਾਲੇ ਗੁਣ ਆ ਗਏ ਉਹ ਪੰਚ ਹੈ। ਫਿਰ ਚੌਥੀ ਵਾਰ ਪੰਚ ਆਇਆ ਤਾਂ ਉੱਥੇ ਅਰਥ ਕੀਤੇ ਨੇ ਵੀ ਪੰਚ ਉਹ ਜਿਹਦੇ ਅੰਦਰੋਂ, ਜਿਹਨੇ ਆਪਣੇ ਅੰਦਰ ਪੰਜ ਵਿਕਾਰਾਂ ਨੂੰ ਕਾਬੂ ਕਰ ਲਿਆ ਹੈ। ਪੰਜ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਦੇ ਅਰਥ ਆਪਾਂ ਜਾਣਦੇ ਹਾਂ। ਕਾਮ ਤੋਂ ਭਾਵ ਕਿ ਪਰਾਏ ਤਨ ਬਾਰੇ ਬੁਰੀ ਭਾਵਨਾ ਰੱਖਣੀ ਅਤੇ ਉਹਦੇ ਨਾਲ ਜੇ ਮੌਕਾ ਮਿਲੇ ਤਾਂ ਬੁਰਾ ਕੁਕਰਮ ਵੀ ਕਰ ਦੇਣਾ, ਇਹ ਕਾਮ ਹੈ। ਕ੍ਰੋਧ ਦਾ ਅਰਥ ਹੈ ਕਿ ਅੰਦਰ ਗੁੱਸਾ ਆਉਣਾ। ਲੋਭ ਦਾ ਅਰਥ ਹੈ ਲਾਲਚ। ਮੋਹ ਦਾ ਅਰਥ ਹੈ ਕਿ ਆਪਣਿਆਂ ਦੇ ਤਾਂ ਸੰਭਾਲ ਕਰਨੀ ਅਤੇ ਬਗਾਨਿਆਂ ਦੇ ਨਾਲ ਈਰਖਾ ਕਰਨੀ, ਇਹ ਮੋਹ ਹੈ। ਕਿ ਆਪਣਿਆਂ ਲਈ ਰੱਬ ਵੀ ਭੁੱਲ ਜਾਣਾ, ਵੀ ਜਿਹਦੇ ਨਾਲ ਅਸੀਂ ਦਿਲ ਜੋੜ ਲਈਏ ਉਹਦੇ ਕਰਕੇ ਰੱਬ ਵੀ ਭੁੱਲ ਜਾਈਏ, ਇਹ ਮੋਹ ਹੈ। ਹੰਕਾਰ ਕੀ ਹੈ ਸਾਧ ਸੰਗਤ? ਹੰਕਾਰ ਹੈ ਕਿ ਅਸੀਂ ਇੰਨੇ ਆਪਣੇ ਆਪ ਨੂੰ ਸਮਝਣਾ ਵੀ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ, ਮੈਂ ਹੀ ਸਾਰਿਆਂ ਤੋਂ ਚੰਗਾ ਹੈ ਅਤੇ ਮੈਂ ਹੀ ਆ ਕੁਛ ਕਰ ਰਿਹਾ, ਆ ਕੁਝ ਮੈਂ ਹੀ ਕਰਦਾ ਪਿਆ। ਪਰ ਜਿਹੜੇ ਪੰਚ ਜਨ ਨੇ ਉਹ ਇਹਨਾਂ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦੇ ਨੇ, ਉਹ ਪੰਚ ਹੈ। ਫਿਰ ਪੰਜਵੀਂ ਵਾਰ ਪੰਚ ਸ਼ਬਦ ਆਇਆ, ਉਹਦੇ ਅਰਥ ਉਸੇ ਤੁਕ 'ਚੋਂ ਹੀ ਕੀਤੇ ਹੋਏ ਨੇ ਕਿ ਪੰਚਾ ਕਾ ਗੁਰ ਏਕ ਧਿਆਨ। ਪੰਚ ਉਹ ਜਿਨ੍ਹਾਂ ਦਾ ਧਿਆਨ ਹਰ ਵਾਰ ਹਰ ਵਕਤ ਖਿਨ ਖਿਨ ਗੁਰੂ ਵੱਲ ਹੀ ਰਹਿੰਦਾ ਹੈ। ਤੋ ਇਹ ਜਿਹੜੇ ਪੰਚ ਦੇ ਵੱਖ-ਵੱਖ ਅਰਥ ਕੀਤੇ ਨੇ, ਆਪਾਂ ਵੱਖ-ਵੱਖ ਦੇ ਪੱਖ ਜਿਹੜੇ ਉਹ ਜਾਣਨ ਦਾ ਯਤਨ ਕੀਤਾ। ਆਓ ਇੱਕ ਵਾਰੀ ਇਹ ਤੁਕ ਦੁਬਾਰਾ ਪੜ੍ਹੋ, ਆਪਾਂ ਅੱਖਰੀ ਅਰਥ ਕਰੀਏ ਜੀ। ਪੰਚ ਪ੍ਰਵਾਨ, ਪੰਚ ਪ੍ਰਧਾਨ। ਪੰਚ ਪ੍ਰਵਾਨ ਵੀ ਹੈ। ਪੰਚ ਹੁਣ ਕਿਉਂਕਿ ਮੈਂ ਪਹਿਲਾਂ ਅਰਥ ਕਰ ਚੁੱਕਾ, ਹੁਣ ਜਦੋਂ ਵੀ ਪੰਚ ਸ਼ਬਦ ਮੈਂ ਵਰਤੂੰਗਾ ਧਿਆਨ ਦੇ ਵਿੱਚ ਉਹ ਅਰਥ ਲੈ ਆਉਣੇ ਨੇ, ਕਿਉਂਕਿ ਹੁਣ ਮੈਂ ਵਾਰ-ਵਾਰ ਅਰਥ ਨਹੀਂ ਕਰਾਂਗਾ। ਤੋ ਪੰਚ ਦੇ ਜਿਹੜੇ ਅਰਥ ਕੀਤੇ ਨੇ, ਜਦੋਂ ਵੀ ਮੈਂ ਪੰਚ ਸ਼ਬਦ ਬੋਲੂੰਗਾ ਉਹ ਅਰਥ ਧਿਆਨ ਵਿੱਚ ਆ ਜਾਣ ਕਿ ਪੰਚ ਉਹ ਜਿਹਨੇ ਹੁਕਮ ਮੰਨ ਲਿਆ, ਜਿਹੜਾ ਗਾਉਂਦਾ ਹੈ, ਸੁਣਦਾ ਹੈ, ਮੰਨਦਾ ਹੈ, ਪ੍ਰੇਮ ਪਾਉਂਦਾ। ਤੋ ਮਹਾਰਾਜ ਕਹਿੰਦੇ ਪੰਚ ਪ੍ਰਵਾਨ ਹੈ। ਪਰਮਾਤਮਾ ਨੇ ਉਹਨੂੰ ਪ੍ਰਵਾਨ ਕਰ ਲਿਆ। ਹੁਣ ਉਹ ਜੰਮਣ ਅਤੇ ਮਰਨ ਦੇ ਗੇੜ 'ਚ ਨਹੀਂ ਆਏਗਾ, ਹੁਣ ਭੜਕੇਗਾ ਨਹੀਂ, ਕਿਉਂਕਿ ਰੱਬ ਨੇ ਉਹਨੂੰ ਪ੍ਰਵਾਨ ਕਰ ਲਿਆ, ਉਹ ਕਬੂਲੇ ਆ ਗਿਆ। ਉਹਦਾ ਸੌਣਾ ਵੀ, ਜਾਗਣਾ ਵੀ, ਹਰ ਕਰਮ ਹੀ ਉਹਦਾ ਪ੍ਰਵਾਨ ਹੈ। ਕਿਆ ਸਵਨਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ, ਕਿਉਂਕਿ ਰੱਬ ਦੇ ਘਰ ਪੰਚ ਜਨ ਪ੍ਰਵਾਨ ਹਨ। ਅਤੇ ਜੋ ਪ੍ਰਵਾਨ ਹਨ ਉਹ ਪ੍ਰਧਾਨ ਵੀ ਹਨ। ਅਤੇ ਆਮ ਤੌਰ 'ਤੇ ਮੈਂ ਸੋਚਦਾ ਹੁੰਦਾ ਵੀ ਜਿਸ ਨੂੰ ਲੋਕ ਪ੍ਰਵਾਨ ਕਰ ਲੈਣ ਉਹ ਕਿਸੇ ਪਿੰਡ ਦਾ ਪ੍ਰਧਾਨ ਬਣ ਜਾਂਦਾ, ਕਿਸੇ ਸੰਸਥਾ ਦਾ ਪ੍ਰਧਾਨ ਬਣ ਜਾਂਦਾ ਹੈ, ਅਤੇ ਜਿਹਨੂੰ ਰੱਬ ਪ੍ਰਵਾਨ ਕਰ ਲਵੇ ਉਹ ਪੂਰੇ ਜਗਤ ਦਾ ਪ੍ਰਧਾਨ ਬਣ ਜਾਂਦਾ ਹੈ। ਕਿਉਂ? ਪ੍ਰਧਾਨ ਕੀ ਹੁੰਦਾ ਹੈ? ਪ੍ਰਧਾਨ ਉਹ ਹੁੰਦਾ ਵੀ ਜਿਹੜਾ ਜੋ ਹੁਕਮ ਕਰ ਦਵੇ ਫਿਰ ਉਹਦੀ ਪ੍ਰਜਾ ਨੂੰ ਮੰਨਣਾ ਪੈਂਦਾ, ਉਹ ਪ੍ਰਧਾਨ ਹੈ ਨਾ। ਤੋ ਪੰਚ ਜਨ ਇੱਕ ਵਾਰੀ ਆਪਣੇ ਮੁਖ ਤੋਂ ਸ਼ਬਦ ਕਹਿ ਦੇਣ, ਰੱਬ ਵੀ ਉਹਨਾਂ ਸ਼ਬਦਾਂ ਨੂੰ ਨਹੀਂ ਮੋੜਦਾ, ਉਹ ਪ੍ਰਧਾਨ ਹੈ, ਉਹਦੇ ਬਚਨ ਪੂਰੇ ਹੋ ਕੇ ਹੀ ਰਹਿੰਦੇ ਨੇ। ਤੋ ਇਸ ਕਰਕੇ ਜੋ ਪੰਚ ਹੈ ਉਹ ਰੱਬ ਦੇ ਘਰ ਪ੍ਰਵਾਨ ਵੀ ਹੈ, ਜੋ ਪੰਚ ਹੈ ਉਹ ਪ੍ਰਧਾਨ ਵੀ ਹੈ, ਉਹ ਆਗੂ ਹੈ, ਉਹ ਵੱਡਾ ਹੈ, ਉਹਦੇ ਬਚਨ ਕਦੀ ਖਾਲੀ ਨਹੀਂ ਜਾਂਦੇ। ਇਹ ਸਤਿਗੁਰੂ ਜੀ ਫਰਮਾਉਂਦੇ ਹਨ ਜੀ। ਪੰਚੇ ਪਾਵ ਹੈ ਦਰਗ ਹੈ ਮਾਨ। ਪੰਚ ਜਨ ਪਰਮਾਤਮਾ ਦੀ ਦਰਗਾਹ ਦੇ ਵਿੱਚ ਫਿਰ ਮਾਣ ਪਾਉਂਦੇ ਨੇ। ਪਰਮਾਤਮਾ ਉਹਨੂੰ ਇੱਜ਼ਤ ਦੇ ਨਾਲ ਬਿਠਾਉਂਦਾ ਹੈ, ਉਹਦੀ ਕੋਈ ਬੇਇੱਜ਼ਤੀ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਪੰਚ ਜਨ ਜਿਹੜੇ ਨੇ ਉਹਦੀ ਦਰਗਾਹ ਦੇ ਵਿੱਚ ਫਿਰ ਬੜੀ ਇੱਜ਼ਤ ਪਾਉਂਦੇ ਨੇ, ਬਹੁਤ ਮਾਣ ਉਹਨਾਂ ਨੂੰ ਰੱਬ ਦੇ ਘਰ ਮਿਲਦਾ ਹੈ।
ਪੰਚੇ ਸੋਹੈ ਦਰ ਰਾਜਾਨ। ਪੰਚੇ ਸੋਹੇ ਦਰ ਰਾਜਾਨ, ਦੋਨੇ ਹਾਹੇ ਕਲੀਅਰ ਬੋਲਣੇ ਨੇ, ਸੋਹੈ ਵੀ ਨਹੀਂ ਬੋਲਣਾ ਤੇ ਇੱਕ ਹਾਹਾ ਛੱਡਣਾ ਵੀ ਨਹੀਂ ਹੈ। ਪੰਚੇ ਸੋਹੇ ਦਰ ਰਾਜਾਨ। ਮਹਾਰਾਜ ਕਹਿੰਦੇ ਨੇ ਕਿ ਜਿਹੜੇ ਪੰਚ ਜਨ ਨੇ ਨਾ, ਉਹ ਫਿਰ ਰਾਜਿਆਂ ਦੇ ਦਰਬਾਰ ਵਿੱਚ ਬੜੇ ਸੋਹਣੇ ਲੱਗਦੇ ਨੇ। ਹੁਣ ਇੱਥੇ ਥੋੜ੍ਹਾ ਜਿਹਾ ਸਮਝਿਓ, ਕਿਉਂਕਿ ਇੱਥੇ ਅਰਥ ਕੇਵਲ ਦੁਨਿਆਵੀ ਰਾਜੇ ਨਾ ਕਰਿਓ, ਕਿਉਂਕਿ ਆਪਾਂ ਦੇਖਦੇ ਹਾਂ ਦੁਨਿਆਵੀ ਰਾਜੇ ਤਾਂ ਫਿਰ ਕਈ ਵਾਰੀ ਭਗਤਾਂ ਤੇ ਪੰਚ ਜਨਾਂ ਤੇ ਵਧੀਕੀਆਂ ਵੀ ਕਰ ਜਾਂਦੇ ਨੇ। ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਔਰੰਗਜ਼ੇਬ ਉਹਨਾਂ ਦਾ ਸੀਸ ਕਲਮ ਕਰਾਉਂਦਾ ਪਿਆ ਹੈ। ਤੋ ਇੱਥੇ ਦੁਨਿਆਵੀ ਰਾਜੇ ਅਰਥ ਨਹੀਂ ਕਰ ਸਕਦੇ ਆਪਾਂ। ਕਿਹੜੇ ਰਾਜੇ, ਕਿਹੜਾ ਰਾਜਾ? ਰਾਜਾਨ ਰਾਜ, ਭਾਨਾਨ ਭਾਨ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਜੋ ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਹੈ ਨਾ, ਪੰਚ ਜਨ ਉਸ ਮਹਾਰਾਜੇ, ਉਸ ਰਾਜੇ ਦੇ ਦਰ 'ਤੇ ਬਹੁਤ ਸ਼ੋਭਦੇ ਨੇ, ਬੜੇ ਸੋਹਣੇ ਲੱਗਦੇ ਹਨ। ਪੰਚਾਂ ਕਾ ਗੁਰ ਏਕ ਧਿਆਨ। ਪੰਚਾ ਕਾ ਗੁਰ ਏਕ ਧਿਆਨ। ਮਹਾਰਾਜ ਕਹਿੰਦੇ ਵੀ ਪੰਚ ਜਨ ਜਿਹੜੇ ਨੇ ਨਾ, ਉਹਨਾਂ ਦਾ ਹਰ ਵਕਤ ਇੱਕ ਗੁਰੂ ਵੱਲ ਹੀ ਧਿਆਨ ਰਹਿੰਦਾ ਹੈ। ਇੱਕ ਗੁਰੂ ਵੱਲ ਧਿਆਨ ਰਹਿਣ ਦਾ ਮਤਲਬ ਕੀ ਹੈ ਕਿ ਭਾਵੇਂ ਉਹ ਕਿਰਤ ਕਰਦਾ ਪਿਆ ਹੈ, ਭਾਵੇਂ ਬੱਸ ਵਿੱਚ ਜਾਂਦਾ ਪਿਆ ਹੈ, ਭਾਵੇਂ ਕੁਝ ਵੀ ਕਰਦਾ ਪਿਆ ਹੈ, ਉਹਦਾ ਧਿਆਨ ਗੁਰੂ ਵੱਲ ਹੀ ਰਹਿੰਦਾ ਹੈ। ਜੇ ਕਿਤੇ ਉਹਨੂੰ ਪਰਾਇਆ ਧਨ ਵੀ ਲੈਣ ਦਾ ਮੌਕਾ ਮਿਲੇ ਤੇ ਗੁਰੂ ਵੱਲ ਧਿਆਨ ਰੱਖਣ ਵਾਲੇ ਫਿਰ ਬੋਲ ਕੇ ਕਹਿੰਦੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਪਰਾਇਆ ਤਨ ਸਾਹਮਣੇ ਆ ਜਾਵੇ, ਗੁਰੂ ਵੱਲ ਧਿਆਨ ਰੱਖਣ ਵਾਲੇ ਫਿਰ ਕੀ ਕਰਦੇ ਨੇ ਕਿ ਉਹ ਬੋਲ ਕੇ ਕਹਿੰਦੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਜਿਨ੍ਹਾਂ ਦਾ ਧਿਆਨ ਗੁਰੂ ਵੱਲ ਰਵੇ, ਉਹ ਹਰ ਥਾਂ ਤੇ ਜ਼ਰੇ ਜ਼ਰੇ ਵਿੱਚੋਂ ਗੁਰੂ ਹੀ ਦੇਖਦੇ ਨੇ। ਉਹਨਾਂ ਨੂੰ ਨਾ ਪਰਾਇਆ ਤਨ ਦਿਖਦਾ, ਨਾ ਪਰਾਇਆ ਧਨ ਦਿਖਦਾ ਹੈ, ਉਹਨਾਂ ਨੂੰ ਕੋਈ ਚੰਗਾ ਮੰਦਾ ਨਹੀਂ ਦਿਖਦਾ, ਉਹਨਾਂ ਨੂੰ ਤਾਂ ਬਸ ਇੱਕ ਗੁਰੂ ਹੀ ਦਿਖਦਾ ਹੈ। ਪੰਚ ਜਨਾਂ ਦਾ ਧਿਆਨ ਹਰ ਵਕਤ ਇੱਕ ਗੁਰੂ ਵੱਲ ਹੀ ਰਹਿੰਦਾ ਹੈ। ਜੇ ਕੋ ਕਹੈ ਕਰੈ ਵਿਚਾਰ। ਹੁਣ ਇਹ ਤਾਂ ਸੀ ਸਾਧ ਸੰਗਤ ਪੰਚ ਜਨਾਂ ਦੇ ਸੰਬੰਧ ਵਿੱਚ ਵਿਚਾਰ। ਹੁਣ ਅੱਗੋਂ ਟੌਪਿਕ ਬਦਲ ਗਿਆ ਹੈ। ਹੁਣ ਅੱਗੋਂ ਫਿਰ ਕੁਦਰਤ ਦੇ ਬਾਬਤ ਗੱਲ ਚੱਲੇਗੀ। ਮਹਾਰਾਜ ਕਹਿੰਦੇ, ਜੇ ਕੋ ਕਹੈ ਕਰੈ ਵਿਚਾਰ, ਜੇ ਕੋਈ ਕਥਨ ਕਰੇ ਤੇ ਵਿਚਾਰ ਕਰੇ। ਕਰਤੇ ਕੈ ਕਰਨਾ ਨਾਹੀ ਸੁਮਾਰ। ਤੇ ਜੋ ਕਰਤੇ ਕੈ ਕਰਨਾ, ਭਾਵ ਕਰਤੇ ਦੀ ਜੋ ਕੁਦਰਤ ਹੈ, ਉਹਦਾ ਅੰਤ ਜੋ ਹੈ ਉਹ ਨਹੀਂ ਪੈ ਸਕਦਾ। ਭਾਵੇਂ ਕੋਈ ਕਥਨ ਵੀ ਕਰਕੇ ਦੇਖ ਲਵੇ, ਭਾਵੇਂ ਕੋਈ ਵਿਚਾਰ ਵੀ ਕਰਕੇ ਦੇਖ ਲਵੇ। ਧੌਲ ਧਰਮ ਦਇਆ ਕਾ ਪੂਤ। ਇੱਕ ਆਮ ਤੌਰ ਤੇ ਅਨਪੜਤਾ ਦੇ ਅਧੀਨ ਇੱਕ ਪ੍ਰਚਲਿਤ ਮਨੌਤ ਸੀ ਵੀ ਜਿਹੜੀ ਇਹ ਧਰਤੀ ਆ ਨਾ, ਇਹਨੂੰ ਬਲਦ ਨੇ ਆਪਣੇ ਸਿੰਗਾਂ ਤੇ ਟਿਕਾਇਆ ਹੈ। ਇਹ ਮਨੌਤ ਸੀ, ਪਰ ਗੁਰੂ ਸਾਹਿਬ ਜੀ ਨੇ ਇੱਥੇ ਆਪਣਾ ਪੱਖ ਰੱਖਿਆ। ਮਹਾਰਾਜ ਕਹਿੰਦੇ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਮਹਾਰਾਜ ਕਹਿੰਦੇ, ਧਰਤੀ ਨੂੰ ਇੱਕ ਧੌਲ ਦਾ ਅਰਥ ਹੈ ਬਲਦ, ਧਰਤੀ ਨੂੰ ਇੱਕ ਧੌਲ ਨੇ ਟਿਕਾਇਆ ਹੈ, ਪਰ ਇਹ ਧੌਲ ਕੋਈ ਪੂਛ ਤੇ ਸਿੰਗਾਂ ਵਾਲਾ ਢੱਠਾ ਨਹੀਂ ਹੈਗਾ। ਇਹ ਧੌਲ ਕਿਹੜਾ? ਇਹ ਧੌਲ ਹੈ ਧਰਮ। ਪਰਮਾਤਮਾ ਨੇ ਧਰਮ ਆਪਣੇ ਨਿਯਮਾਂ ਦੇ ਨਾਲ ਇਸ ਧਰਤੀ ਨੂੰ ਟਿਕਾਇਆ ਹੋਇਆ ਹੈ। ਤੇ ਉਹ ਜਿਹੜਾ ਧਰਮ ਹੈ ਉਹ ਫਿਰ ਕਿੱਥੋਂ ਬਣਿਆ? ਉਹ ਦਇਆ ਦਾ ਪੁੱਤਰ ਹੈ। ਉਹਦਾ ਉਸ ਧਰਮ ਦਾ ਜਨਮ ਦਇਆ 'ਚੋਂ ਹੋਇਆ ਹੈ। ਇਹਦੇ ਅਰਥ ਆਪਾਂ ਇਉਂ ਕਰਾਂਗੇ ਕਿ ਜੋ ਪਰਮਾਤਮਾ ਨੇ ਆਪਣੀ ਦਇਆ ਕਰਕੇ, ਕਿਰਪਾ ਕਰਕੇ ਇੱਕ ਕਾਨੂੰਨ ਬਣਾ ਦਿੱਤਾ, ਇੱਕ ਨਿਯਮ ਬਣਾ ਦਿੱਤਾ, ਤੇ ਉਸ ਨਿਯਮ ਦੇ ਆਸਰੇ ਇਹ ਪੂਰੀ ਸ੍ਰਿਸ਼ਟੀ ਟਿਕੀ ਹੋਈ ਹੈ, ਇਹ ਧਰਤੀ ਟਿਕੀ ਹੋਈ ਹੈ। ਹੁਣ ਦੇਖੋ, ਇੱਕ ਨਿਯਮ ਦੇ ਅਧੀਨ ਹੀ ਧਰਤੀ ਟਿਕੀ ਹੈ ਨਾ, ਕਿ ਕੁਝ ਫੋਰਸਿਸ ਜਿਹੜੀਆਂ ਧਰਤੀ ਨੂੰ ਸੂਰਜ ਵੱਲ ਅਟਰੈਕਟ ਕਰਦੀਆਂ ਨੇ, ਫਿਰ ਉਹਦੇ ਆਲੇ ਦੁਆਲੇ ਧਰਤੀ ਘੁੰਮਦੀ ਹੈ। ਇਹ ਸਾਰੇ ਨਿਯਮ ਜਿਹੜੇ ਨੇ ਪਰਮਾਤਮਾ ਨੇ ਦਇਆ ਦੇ ਘਰ ਵਿੱਚ ਆ ਕੇ ਬਣਾਏ, ਤੇ ਇੰਜ ਪੂਰੀ ਸ੍ਰਿਸ਼ਟੀ ਟਿਕੀ ਹੋਈ ਹੈ। ਤੋ ਇੱਕ ਇਹ ਵੀ ਧਿਆਨ ਵਿੱਚ ਰੱਖਿਓ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜਿਹੜਾ ਸਿਧਾਂਤ ਪੂਰੇ ਬ੍ਰਹਿਮੰਡ 'ਤੇ ਲਾਗੂ ਹੁੰਦਾ ਹੈ ਨਾ, ਉਹ ਸਿਧਾਂਤ ਫਿਰ ਇੱਕ ਇੰਡੀਵਿਜੂਅਲ ਸਰੀਰ 'ਤੇ ਵੀ ਲਾਗੂ ਹੁੰਦਾ ਹੈ। ਜਦੋਂ ਇੰਡੀਵਿਜੂਅਲੀ ਆਪਾਂ ਗੱਲ ਕਰਾਂਗੇ ਨਾ, ਇਹਦੇ ਅਰਥ ਇਹ ਵੀ ਬਣਨਗੇ ਵੀ ਧਰਮ ਉਹਦੇ ਅੰਦਰ ਹੀ ਜਨਮ ਲੈ ਸਕਦਾ ਜਿਹਦੇ ਅੰਦਰ ਦਇਆ ਹੈ। ਜੇ ਦਇਆ ਨਹੀਂ ਨਾ, ਕੋਈ ਜੋ ਮਰਜ਼ੀ ਕਹੀ ਜਾਵੇ ਵੀ ਮੈਂ ਤਾਂ ਜੀ ਬਹੁਤ ਪਾਠ ਪੂਜਾ ਕਰਦਾ, ਮਹਾਰਾਜ ਕਹਿੰਦੇ ਨਹੀਂ। ਜੇ ਤੇਰੇ ਅੰਦਰ ਕਿਸੇ ਦਾ ਦੁੱਖ ਦੇਖ ਕੇ ਤਰਸ ਨਹੀਂ ਆਉਂਦਾ, ਜੇ ਕਿਸੇ ਦਾ ਰੋਣਾ ਦੇਖ ਕੇ ਤੈਨੂੰ ਤਰਸ ਨਹੀਂ ਆਉਂਦਾ, ਤੇਰੇ ਅੰਦਰ ਧਰਮ ਕਦੀ ਜਨਮ ਨਹੀਂ ਲੈ ਸਕਦਾ। ਕਿਉਂਕਿ ਧਰਮ ਹੈ ਹੀ ਦਇਆ ਦਾ ਪੁੱਤਰ। ਮਾਂ ਹੋਏਗੀ ਤੇ ਪੁੱਤ ਜਨਮ ਲਏਗਾ ਨਾ, ਮਾਂ ਹੀ ਨਹੀਂ ਤੇ ਪੁੱਤ ਦਾ ਕਿੱਥੋਂ ਜਨਮ ਹੋਣਾ, ਔਲਾਦ ਦਾ ਕਿੱਥੋਂ ਜਨਮ ਹੋਣਾ ਹੈ? ਤੋ ਮਾਂ ਦਇਆ ਹੈ, ਪੁੱਤ ਧਰਮ ਹੈ।
ਤੋ ਜੇ ਅਸੀਂ ਬ੍ਰਹਮੰਡੀ ਦ੍ਰਿਸ਼ਟੀਕੋਣ ਦੇ ਨਾਲ ਅਰਥ ਕਰੀਏ ਤੇ ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਪਰਮਾਤਮਾ ਨੇ ਦਇਆ ਦੇ ਘਰ ਵਿੱਚ ਆ ਕੇ ਕਾਨੂੰਨ ਬਣਾਇਆ। ਤੇ ਜਿਹੜੀ ਇਹ ਧਰਤੀ ਹੈ ਇਹ ਕਿਸੇ ਸਿੰਘਾਂ ਦੇ ਵਾਲੇ ਬਲਦ ਦੇ ਆਸਰੇ ਨਹੀਂ, ਇਹ ਪਰਮਾਤਮਾ ਦੇ ਧਰਮ ਦੇ ਆਸਰੇ ਤੇ ਟਿਕੀ ਹੋਈ ਹੈ। ਸੰਤੋਖ ਥਾਪ ਰਖਿਆ ਜਿਨ ਸੂਤ। ਤੇ ਫਿਰ ਇੱਕ ਸੂਤ ਦੇ ਵਿੱਚ ਸੰਤੋਖ ਦੇ ਨਾਲ ਇਹ ਜਿਹੜੀ ਕੁਦਰਤ ਨੂੰ ਥਾਪਿਆ ਹੋਇਆ ਉਸ ਪਰਮਾਤਮਾ ਨੇ। ਸੰਤੋਖ ਤੋਂ ਭਾਵ ਤੁਸੀਂ ਦੇਖੋ ਵੀ ਕਿੰਨੇ ਸੰਤੋਖ ਦੇ ਨਾਲ ਇਹ ਸ੍ਰਿਸ਼ਟੀ ਚੱਲੀ ਜਾਂਦੀ ਆ। ਸਦੀਆਂ ਹੋ ਗਈਆਂ ਧਰਤੀ ਸੂਰਜ ਦੇ ਦੁਆਲੇ ਘੁੰਮੀ ਜਾਂਦੀ, ਕਦੀ ਧਰਤੀ ਕਹਿੰਦੀ ਮੈਂ ਤਾਂ ਹੁਣ ਅੱਕ ਗਈ। ਕਿੰਨਾ ਸੰਤੋਖ ਹੈ, ਸੰਤੋਖ ਦੇ ਵਿੱਚ ਹੀ ਇਹ ਸਭ ਕੁਝ ਟਿਕਾਇਆ ਹੋਇਆ ਹੈ ਨਾ, ਵੀ ਜੋ ਵੀ ਨਿਯਮ ਵਰਤਦੇ ਪਏ ਨੇ ਸਾਧ ਸੰਗਤ, ਫਿਰ ਉਹ ਸਾਰੇ ਸੰਤੋਖ ਦੇ ਨਾਲ ਜੋ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਲਾਗੂ ਹਨ। ਚੰਦਰਮਾ ਆਪਣੇ ਸੰਤੋਖ ਦੇ ਨਾਲ ਉਸ ਨਿਯਮ ਦੇ ਵਿੱਚ ਬੱਝਾ ਹੋਇਆ ਹੈ, ਸੂਰਜ ਸੰਤੋਖ ਦੇ ਨਾਲ ਉਸ ਨਿਯਮ ਦੇ ਵਿੱਚ ਬੱਝਿਆ ਹੋਇਆ ਹੈ। ਤੋ ਪਰਮਾਤਮਾ ਨੇ ਇੱਕ ਸੂਤ ਦੇ ਵਿੱਚ ਸਭ ਨੂੰ ਦੇਖੋ ਇੱਕ ਦੂਜੇ ਨਾਲ ਰਿਲੇਟ ਕੀਤਾ ਹੋਇਆ ਹੈ। ਇੱਕ ਸੂਤ ਤੋਂ ਭਾਵ ਵੀ ਸਾਰੇ ਇੱਕ ਦੂਜੇ ਦੇ ਨਾਲ ਲਿੰਕਡ ਨੇ, ਇੱਕ ਦੂਜੇ ਨਾਲ ਜੁੜੇ ਹੋਏ ਨੇ। ਇੱਕ ਵੀ ਚੀਜ਼ ਵਿੱਚੋਂ ਨਿਕਲ ਜੇਗੀ ਨਾ, ਬਾਕੀ ਸਭ ਕੁਝ ਖਤਮ। ਹੁਣ ਇਸ ਲੜੀ ਦੇ ਵਿੱਚ ਤੁਸੀਂ ਦੇਖੋ ਮਨੁੱਖ ਨੇ, ਰੁੱਖ ਨੇ, ਜਾਨਵਰ ਨੇ, ਸੂਰਜ ਨੇ, ਅਲੱਗ-ਅਲੱਗ ਪਦਾਰਥ ਨੇ, ਇਹਨਾਂ ਵਿੱਚੋਂ ਇੱਕ ਵੀ ਲੜੀ ਕੱਢ ਦਿਓ, ਮੰਨ ਲਓ ਰੁੱਖ ਕੱਢ ਦਿਓ, ਰੁੱਖ ਨਿਕਲ ਗਿਆ, ਬਾਕੀ ਸਭ ਕੁਝ ਖਤਮ ਹੈ। ਇੱਕ ਵੀ ਲੜੀ ਵਿੱਚੋਂ ਨਿਕਲ ਗਈ ਸਭ। ਹੁਣ ਮਾਲਾ ਦੇ ਵਿੱਚੋਂ ਇੱਕ ਵਾਰੀ ਸੂਤ ਟੁੱਟ ਜੇ ਸਾਰੇ ਮਣਕੇ ਜਿਹੜੇ ਉਹ ਖਿੱਲਰ ਜਾਂਦੇ ਨੇ। ਤੋ ਸਾਧ ਸੰਗਤ ਇੱਕ ਸੂਤ ਦੇ ਵਿੱਚ ਫਿਰ ਸੰਤੋਖ ਦੇ ਨਾਲ ਇਹ ਸਭ ਕੁਝ ਪਰਮਾਤਮਾ ਨੇ ਥੱਪ ਕੇ ਟਿਕਾਇਆ ਹੋਇਆ ਹੈ। ਜੇ ਕੋ ਬੁੱਝੈ ਹੋਵੇ ਸਚਿਆਰ। ਜੇ ਕੋਈ ਬੁੱਝ ਲਵੇ ਆਹ ਨਿਯਮ, ਆਹ ਗੱਲ ਉੱਪਰ ਜੋ ਆਪਾਂ ਵਿਚਾਰ ਕੀਤੀ, ਜੇ ਕਿਤੇ ਇਹ ਕੋਈ ਬੁੱਝ ਲਵੇ ਉਹ ਸਚਿਆਰ ਹੋ ਜਾਵੇਗਾ। ਤਵਲੇ ਉੱਪਰ ਕੀਤਾ ਭਾਰ। ਪਹਿਲਾਂ ਗੁਰੂ ਸਾਹਿਬ ਜੀ ਨੇ ਆਪਣਾ ਪੱਖ ਰੱਖ ਦਿੱਤਾ ਵੀ ਆਹ ਸਚਾਈ ਜੇ, ਪਰ ਚਲੋ ਜੇ ਇੱਕ ਸਕਿੰਟ ਲਈ ਤੁਹਾਡੀ ਗੱਲ ਮੰਨ ਵੀ ਲਈਏ ਕਿ ਧਰਤੀ ਜਿਹੜੀ ਹੈ ਉਹ ਉਸ ਸਿੰਘਾਂ ਵਾਲੇ ਪੂਛ ਵਾਲੇ ਢੱਠੇ ਦੇ ਆਸਰੇ ਖੜੀ ਹੈ, ਉਸ ਢੱਠੇ ਨੇ ਆਪਣੇ ਸਿੰਘਾਂ ਦੇ ਨਾਲ ਧਰਤੀ ਟਿਕਾਈ ਹੈ, ਤੇ ਮਹਾਰਾਜ ਫਿਰ ਇੱਕ ਗੱਲ ਕਹਿੰਦੇ, ਤੁਸੀਂ ਦੱਸੋ ਵੀ ਜੇ ਉਹ ਸਿੰਘਾਂ ਵਾਲੇ ਢੱਠੇ ਨੇ ਧਰਤੀ ਚੁੱਕੀ ਹੈ ਤਾਂ ਫਿਰ ਇਹ ਦੱਸੋ ਧਵਲ ਉੱਪਰ ਕੀਤਾ ਭਾਰ। ਮਹਾਰਾਜ ਕਹਿੰਦੇ ਨੇ ਵੀ ਉਸ ਧਵਲ ਦੇ ਉੱਪਰ ਕਿੰਨਾ ਕੁ ਭਾਰ ਹੈ, ਕਿੰਨਾ ਕੁ ਭਾਰ ਚੁੱਕ ਲਿਆ ਉਹਨੇ। ਆ ਦੋ ਪੰਡਾ ਰੱਖ ਕੇ ਵੇਖੋ ਬਲਦ ਦਾ ਬਣਦਾ ਕੀ ਹੈ, ਤੇ ਐਡੀ ਵੱਡੀ ਧਰਤੀ ਉਹ ਵਾਲਾ ਭਾਰ ਉਸ ਬਲਦ ਨੇ ਕਿਵੇਂ ਚੁੱਕ ਲਿਆ। ਧਰਤੀ ਹੋਰ ਪਰੈ ਹੋਰ ਹੋਰ। ਮਹਾਰਾਜ ਕਹਿੰਦੇ 1% ਲਈ ਜੇ ਮੰਨ ਲਈਏ ਵੀ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ, ਜਿਹੜਾ ਉਹ ਸਿੰਘਾਂ ਤੇ ਪੂਛ ਵਾਲਾ ਬਲਦ ਹੈ, ਉਹਨੇ ਜੇ ਧਰਤੀ ਨੂੰ ਚੁੱਕਿਆ ਹੋਇਆ, ਫਿਰ ਉਹ ਬਲਦ ਕਿਹਦੇ ਆਸਰੇ ਤੇ ਖੜਾ ਹੈ? ਫਿਰ ਕਵਾਂਗੇ ਜੀ ਵੀ ਉਹ ਅਗਲੀ ਇੱਕ ਹੋਰ ਧਰਤੀ ਹੈ ਉਹਦੇ ਤੇ ਉਹ ਬਲਦ ਖੜਾ ਹੈ। ਚਲੋ ਕਿਸੇ ਨੇ ਕੱਛੂ ਕੰਮਾਂ ਵੀ ਵਿੱਚ ਲੈ ਆਂਦਾ, ਪਰ ਜੋ ਪ੍ਰਚਲਿਤ ਅਨਪੜਤਾ ਦੇ ਅਧੀਨ ਇਹ ਮਨੌਤਾਂ ਨੇ, ਉਹਦਾ ਖੰਡਨ ਗੁਰੂ ਨਾਨਕ ਸਾਹਿਬ ਕਰਦੇ ਨੇ। ਮਹਾਰਾਜ ਕਹਿੰਦੇ ਜੇ ਬਲਦ ਨੇ ਆਪਣੇ ਸਿੰਘਾਂ ਦੇ ਉੱਤੇ ਧਰਤੀ ਚੱਕੀ ਹੈ, ਫਿਰ ਬਲਦ ਕਿੱਥੇ ਖੜਾ ਹੈ? ਬਲਦ ਕਹਿਣਗੇ ਵੀ ਕਿਸੇ ਹੋਰ ਧਰਤੀ ਤੇ, ਫਿਰ ਉਹ ਧਰਤੀ ਕਿਹਦੇ ਆਸਰੇ ਤੇ ਖੜੀ ਆ? ਕਹਿੰਦੇ ਫਿਰ ਹੋਰ ਬਲਦ ਦੇ ਆਸਰੇ। ਉਹ ਫਿਰ ਦੂਜਾ ਬਲਦ ਜਿਹੜਾ ਹੈ ਉਹ ਕਿਹੜੀ ਧਰਤੀ ਦੇ ਆਸਰੇ ਖੜਾ ਹੈ? ਉਹ ਫਿਰ ਇੱਕ ਹੋਰ ਧਰਤੀ ਦੀ ਗੱਲ ਦੱਸ ਦੇਣਗੇ। ਇਸ ਤਰ੍ਹਾਂ ਕਿੰਨੀਆਂ ਹੀ ਧਰਤੀਆਂ ਦੀ ਮਹਾਰਾਜ ਕਹਿੰਦੇ ਫਿਰ ਗੱਲ ਚੱਲ ਪਵੇਗੀ। ਤਿਸ ਤੇ ਭਾਰ ਤਲੈ ਕਵਣ ਜੋਰ। ਇੱਕ ਧਰਤੀ ਨੂੰ ਇੱਕ ਬਲਦ ਨੇ ਆਪਣੇ ਸਿੰਘਾਂ ਤੇ ਟਿਕਾਇਆ, ਉਹ ਬਲਦ ਫਿਰ ਅਗਲੀ ਧਰਤੀ ਤੇ ਖੜਾ ਹੈ। ਅਗਲੀ ਧਰਤੀ ਇੱਕ ਹੋਰ ਬਲਦ ਨੇ ਟਿਕਾਈ ਹੋਈ ਹੈ, ਫਿਰ ਉਹ ਬਲਦ ਇੱਕ ਹੋਰ ਧਰਤੀ ਤੇ ਖੜਾ ਹੈ। ਉਹ ਧਰਤੀ ਫਿਰ ਇੱਕ ਹੋਰ ਬਲਦ ਦੇ ਆਸਰੇ ਖੜੀ ਹੈ, ਉਹ ਬਲਦ ਫਿਰ ਇੱਕ ਹੋਰ ਧਰਤੀ ਦੇ ਉੱਪਰ ਖੜਾ ਹੋਇਆ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਲੜੀਵਾਰ ਚੱਲੀ ਜਾਓ ਤੇ ਮੈਨੂੰ ਸਿੱਧਾ ਦੱਸ ਦਿਓ ਵੀ ਜਿਹੜਾ ਆਖਰੀ ਬਲਦ ਹੋਵੇਗਾ ਉਹਦੇ ਥੱਲੇ ਫਿਰ ਕੀ ਹੈ, ਉਹ ਫਿਰ ਕਿਹਦੇ ਉੱਪਰ ਖੜਾ ਹੈ? ਤੋ ਮਹਾਰਾਜ ਕਹਿੰਦੇ ਜੋ ਆਖਰੀ ਬਲਦ ਹੈ, ਤੁਸੀਂ ਚੱਲੀ ਜਾਓ, ਜਿੰਨਾ ਅੱਗੇ ਜਾਈ ਜਾਣਾ ਚੱਲੀ ਜਾਓ, ਪਰ ਆਖਰੀ ਬਲਦ ਦੀ ਗੱਲ ਦੱਸੋ ਵੀ ਜੋ ਆਖਰੀ ਬਲਦ ਹੈ, ਆਖਰੀ ਧੌਲ ਹੈ, ਉਹ ਫਿਰ ਕਿਹਦੇ ਉੱਪਰ ਖੜਾ ਹੈ, ਉਹਦੇ ਥੱਲੇ ਕੀ ਹੈ? ਜੀ ਜਾਤ ਰੰਗਾ ਕੇ ਨਾਵ। ਤੋ ਫਿਰ ਉੱਪਰ ਜੋ ਵਿਚਾਰਾਂ ਕੀਤੀਆਂ ਉੱਥੋਂ ਮਹਾਰਾਜ ਨੇ ਇਹ ਸਪਸ਼ਟ ਕਰ ਦਿੱਤਾ ਵੀ ਭਾਈ ਜਿਹੜੀਆਂ ਗੱਲਾਂ ਤੁਸੀਂ ਕਰਦੇ ਉਹਦੇ 'ਚ ਕੋਈ ਤੱਥ ਨਹੀਂ ਹੈਗਾ, ਕਿਉਂਕਿ ਤੁਸੀਂ ਕਹਿੰਦੇ ਹੋ ਵੀ ਬਲਦ ਨੇ ਧਰਤੀ ਨੂੰ ਆਪਣੇ ਸਿੰਘਾਂ ਤੇ ਟਿਕਾਇਆ ਹੋਇਆ, ਫਿਰ ਅਖੀਰ ਵਾਲਾ ਬਲਦ ਕਿਹਦੇ ਤੇ ਖੜਾ ਹੈ? ਇਹਦਾ ਜਵਾਬ ਕਿਸੇ ਕੋਲ ਨਹੀਂ। ਤੇ ਜੇ ਜਵਾਬ ਨਹੀਂ, ਮਹਾਰਾਜ ਕਹਿੰਦੇ ਤੁਹਾਡੀ ਗੱਲ ਫਿਰ ਰੱਦ ਹੁੰਦੀ ਹੈ।
ਇਸ ਕਰਕੇ ਇਹ ਭਰੋਸਾ ਰੱਖੋ ਵੀ ਕਿਸੇ ਸਿੰਘਾਂ ਵਾਲੇ ਬਲਦ ਨੇ ਨਹੀਂ ਧਰਤੀ ਨੂੰ ਟਿਕਾਇਆ ਹੋਇਆ। ਕਿੰਨੇ ਟਿਕਾਇਆ ਹੈ? ਧੌਲ ਧਰਮ। ਜੋ ਪ੍ਰਮਾਤਮਾ ਨੇ ਧਰਮ ਥਾਪਿਆ, ਜੋ ਧਰਮ ਬਣਾਇਆ, ਨਿਯਮ ਬਣਾਇਆ, ਉਸ ਨਿਯਮ ਦੇ ਆਸਰੇ ਜਿਹੜੀ ਇਹ ਧਰਤੀ ਖੜੀ ਹੈ। ਇਹ ਪੂਰਾ ਬ੍ਰਹਿਮੰਡ ਪ੍ਰਮਾਤਮਾ ਨੇ ਦਇਆ ਦੇ ਘਰ ਵਿੱਚ ਆ ਕੇ ਫਿਰ ਨਿਯਮ ਦੇ ਵਿੱਚ ਬੰਨਿਆ। ਇਹ ਸਾਨੂੰ ਸਮਝਣ ਦੀ ਲੋੜ ਹੈ। ਫਿਰ ਮਹਾਰਾਜ ਕਹਿੰਦੇ ਜੀ ਜਾਤ ਰੰਗਾ ਕੇ ਨਾਵ। ਕਿੰਨੇ ਜੀਵ ਨੇ, ਕਿੰਨੀਆਂ ਉਹਨਾਂ ਦੀਆਂ ਕਿਸਮਾਂ ਨੇ, ਕਿੰਨੇ ਉਹਨਾਂ ਦੇ ਨਾਮ ਹਨ। ਸਭਨਾ ਲਿਖਿਆ ਬੁੜੀ ਕਲਾਮ। ਤੇ ਜਿੰਨੇ ਵੀ ਜੀਵ ਹਨ ਸਾਰਿਆਂ ਤੇ ਲੇਖ ਲਿਖਿਆ ਗਿਆ ਹੈ। ਲਗਾਤਾਰ ਚੱਲਦੀ ਕਲਮ ਦੇ ਨਾਲ ਉਹਨਾਂ ਦਾ ਲੇਖ ਲਿਖਿਆ ਗਿਆ ਹੈ। ਇਹੋ ਲੇਖਾ ਲਿਖ ਜਾਣੈ ਕੋਈ। ਕੌਣ ਹੈ ਜਿਹੜਾ ਉਹ ਲੇਖਾ ਲਿਖ ਸਕਦਾ ਹੈ? ਪ੍ਰਮਾਤਮਾ ਨੇ ਤਾਂ ਲਿਖਿਆ ਹੈ, ਪਰ ਕਿਹੜਾ ਜੀਵ ਹੈ ਜਿਹੜਾ ਉਹ ਲੇਖਾ ਲਿਖ ਸਕਦਾ ਹੈ? ਭਾਵ ਕੋਈ ਹੋਰ ਨਹੀਂ ਲਿਖ ਸਕਦਾ। ਲੇਖਾ ਲਿਖਿਆ ਕੀਤਾ ਹੋਏ। ਤੇ ਜੇ ਕੋਈ ਮੰਨ ਲਓ ਲਿਖ ਵੀ ਲਵੇ, ਲਿਖਣਾ ਜਾਣਦਾ ਵੀ ਹੋਵੇ, ਪੂਰੀ ਕੁਦਰਤ ਦਾ ਲੇਖਾ, ਤੇ ਮਹਾਰਾਜ ਕਹਿੰਦੇ ਫਿਰ ਉਹ ਲੇਖਾ ਕਿੱਡਾ ਕੁ ਬਣ ਜਾਏਗਾ? ਕਿੱਡੀ ਵੱਡੀ ਕੁਦਰਤ, ਜੇ ਕੁਦਰਤ ਦਾ ਅੰਤ ਨਹੀਂ ਪੈ ਸਕਦਾ, ਉਹਦੇ ਲੇਖਿਆਂ ਦਾ ਕਿਵੇਂ ਅੰਤ ਪਵੇਗਾ? ਮਹਾਰਾਜ ਕਹਿੰਦੇ ਉਹ ਲੇਖਾ ਫਿਰ ਕਿੱਡਾ ਕੁ ਹੋਵੇਗਾ? ਕੀਤਾ ਤਾਣ ਸਵਾਲਿਓ ਰੂਪ। ਮਹਾਰਾਜ ਕਹਿੰਦੇ ਉਸ ਪਰਮਾਤਮਾ ਦਾ ਸੋਹਣਾ ਰੂਪ ਹੈ ਤੇ ਬੇਅੰਤ ਉਹਦੇ ਅੰਦਰ ਤਾਕਤ ਹੈ। ਕੀਤੀ ਦਾਤ ਜਾਣੈ ਕੌਣ ਕੂਤ। ਕੂਤ ਦਾ ਅਰਥ ਹੈ ਮਾਪ। ਮਹਾਰਾਜ ਕਹਿੰਦੇ ਪਰਮਾਤਮਾ ਦੀ ਬੇਅੰਤ ਦਾਤ ਹੈ, ਬੜੀਆਂ ਦਾਤਾਂ ਉਹ ਦਿੰਦਾ ਹੈ ਔਰ ਉਹਦੀਆਂ ਦਾਤਾਂ ਨੂੰ ਮਾਪਿਆ ਨਹੀਂ ਜਾ ਸਕਦਾ। ਕੀਤਾ ਪਸਾਓ ਏਕੋ ਕਬਾਓ। ਕੁਦਰਤ ਦੀ ਗੱਲ ਤਾਂ ਹੋ ਗਈ, ਪਰ ਸਵਾਲ ਇਹ ਵੀ ਕੁਦਰਤ ਬਣੀ ਕਿਵੇਂ, ਇਹ ਪਸਾਰਾ ਹੋਇਆ ਕਿਵੇਂ? ਮਹਾਰਾਜ ਕਹਿੰਦੇ ਪਰਮਾਤਮਾ ਦੇ ਇੱਕ ਹੁਕਮ ਦੇ ਨਾਲ, ਉਹਦੇ ਇੱਕ ਹੁਕਮ ਦੇ ਨਾਲ ਇਹ ਸਾਰਾ ਪਸਾਰਾ ਹੋ ਗਿਆ। ਸਾਇੰਸ ਨੇ ਵੀ ਅੱਜ ਇਹ ਗੱਲ ਕਰ ਦਿੱਤੀ ਬਿਗ ਬੈਂਗ ਥਿਊਰੀ ਦੀ ਕਿ ਇੱਕ ਧਮਾਕਾ ਹੋਇਆ ਤੇ ਇਹ ਸਾਰਾ ਬ੍ਰਹਿਮੰਡ ਬਣ ਗਿਆ। ਇਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਕੀਤਾ ਪਸਾਓ ਏਕੋ ਕਵਾਓ। ਪਰਮਾਤਮਾ ਨੇ ਇੱਕ ਸ਼ਬਦ ਕੀਤਾ ਔਰ ਉਸ ਸ਼ਬਦ ਤੋਂ, ਉਸ ਕਵਾਓ ਤੋਂ, ਉਸ ਹੁਕਮ ਤੋਂ ਮਹਾਰਾਜ ਕਹਿੰਦੇ ਪੂਰਾ ਪਸਾਰਾ ਹੋ ਗਿਆ। ਤਿਸ ਤੇ ਹੋਏ ਲੱਖ ਦਰਿਆਓ। ਔਰ ਉਹਦੇ ਤੋਂ ਫਿਰ ਲੱਖਾਂ ਦਰਿਆ ਬਣ ਗਏ। ਦੂਸਰੇ ਅਰਥ ਉਹਦੇ ਤੋਂ ਫਿਰ ਜ਼ਿੰਦਗੀ ਦੇ ਲੱਖਾਂ ਦਰਿਆ ਬਣ ਗਏ। ਕੁਦਰਤ ਕਵਣ ਕਹਾ ਵਿਚਾਰ। ਨਿਮਰਤਾ ਦੇ ਅਧੀਨ ਮਹਾਰਾਜ ਕਹਿੰਦੇ ਵੀ ਮੇਰੇ ਵਿੱਚ ਕੀ ਸਮਰੱਥਾ ਕਿ ਕੁਦਰਤ ਦੀ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾ ਏਕ ਵਾਰ। ਮਹਾਰਾਜ ਕਹਿੰਦੇ ਇੱਕ ਵਾਰ ਵੀ ਮੈਂ ਇਹਦੇ ਤੋਂ ਵਾਰਿਆ ਭਾਵ ਕੁਰਬਾਨ ਨਹੀਂ ਹੋ ਸਕਦਾ, ਕਿਉਂਕਿ ਇਹ ਕੁਦਰਤ ਇੰਨੀ ਬੇਅੰਤ ਹੈ, ਮੇਰੇ ਕੋਲ ਸਮਰੱਥਾ ਨਹੀਂ ਕਿ ਇਹਦੇ ਤੋਂ ਕੁਰਬਾਨ ਹੋ ਸਕਾਂ। ਜੇ ਤੁਧ ਭਾਵੈ ਸਾਈ ਭਲੀਕਾਰ। ਜੋ ਤੁਧ ਭਾਵੈ, ਦੁਬਾਰਾ ਬੋਲ ਦੋ ਜੀ। ਜੋ ਤੁਧ ਭਾਵੈ ਸਾਈ ਭਲੀਕਾਰ। ਹੇ ਸਤਿਗੁਰੂ, ਹੇ ਪ੍ਰਮਾਤਮਾ, ਕੰਮਕਾਰ ਉਹੀ ਚੰਗਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ ਆਕਾਰ ਤੋਂ ਰਹਿਤ ਪ੍ਰਮਾਤਮਾ, ਤੂੰ ਸਦਾ ਸਲਾਮਤ, ਤੂੰ ਸਦਾ ਅਟਲ ਹੈ, ਕਦੀ ਨਾਸ਼ ਨਹੀਂ ਹੋਣ ਵਾਲਾ। ਤੋ ਇਹ ਪੰਚ ਦੀ ਪੌੜੀ ਦੀ ਵਿਚਾਰ ਕੀਤੀ ਹੈ ਸਤ ਸੰਗਤ। ਸਤਿਗੁਰੂ ਰਹਿਮਤ ਕਰਨ ਜੀ। ਵਿਚਾਰ ਕਰਦੇ ਆ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਲੈਣ। ਇਸ ਤੋਂ ਅਗਲੀਆਂ ਪੌੜੀਆਂ ਦੀ ਵਿਚਾਰ ਫਿਰ ਆਪਾਂ ਅੱਗੋਂ ਕਰਾਂਗੇ। ਸਤਿਗੁਰੂ ਬਖਸ਼ਿੰਦ ਹਨ। ਸਤਿਗੁਰੂ ਜੀ ਅਗਾਂਹ ਵੀ ਇਹ ਕਥਾ ਆਪ ਹੀ ਕਰਾ ਲਿਓ। ਆਓ ਆਖਰੀ ਦੋ ਤੁਕਾਂ ਪੜ੍ਹ ਕੇ ਆਪਾਂ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਜੋ ਤੁਧ ਭਾਵੈ ਸਾਈ ਭਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।